ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੋਡੇ ਕੁਲ ਭੂਖਨ ਜਨਮਾ ਪੂਸ ਮਾਸ ਮਹਿਲੀਨਾ ਹੋਤੇ ਸ਼ੁਦੇ ਥਿਤ ਸਪਤਮੀ ਸੁੰਦਰ ਸਮੈ ਸੋਚੀਨਾ ਸੋਡੇ ਕੁਲ ਭੂਖਨ ਜਨਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨੌਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਪਿਛਲੇ ਪਹਿਰ ਦੇ ਸਮੇਂ 'ਚ ਸਜੇ ਹੋਏ ਦੀਵਾਨਾਂ ਦੇ ਅੰਦਰ ਹਾਜ਼ਰੀ ਭਰਨ ਦਾ ਆਪ ਸਰਬੱਤ ਸੰਗਤਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਦੀ ਹਜ਼ੂਰੀ ਵਿੱਚ ਆਪ ਖਾਲਸਾ ਜੀ ਆਨੰਦ ਮਾਣ ਰਹੇ ਹੋ। ਆਓ ਗਰੀਬ ਨਿਵਾਜ ਸਤਿਗੁਰੂ ਨਾਵੇਂ ਪਾਤਸ਼ਾਹ ਦੇ ਜੀਵਨ ਦੇ ਇਤਿਹਾਸ ਦੇ ਪ੍ਰਸੰਗ ਆਪਾਂ ਸੁਣਾ ਰਹੇ ਹਾਂ, ਜਿਸ ਦੇ ਵਿੱਚ ਹੀ ਗੁਰੂ ਕਲਗੀਧਰ ਸਾਹਿਬ ਦੇ ਪ੍ਰਕਾਸ਼ ਲੈਣ ਦੀ ਅਵਤਾਰ ਧਾਰਨ ਦੀ ਪਵਿੱਤਰ ਕਥਾ ਆਪਾਂ ਕੱਲ ਸਰਵਣ ਕੀਤੀ ਆ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਹਾਲਾਂ ਅਸਾਮ ਵੱਲ ਨੂੰ ਜਾ ਹੀ ਰਹੇ ਸਨ ਪਟਨਾ ਸਾਹਿਬ ਤੋਂ, ਤਾਂ ਰਸਤੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖਬਰ ਮਿਲੀ ਵੀ ਮਹਾਰਾਜ ਤੁਹਾਡੇ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਮਹਾਰਾਜ ਆਗਮਨ ਹੋਇਆ ਹੈ। ਤਾਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਸਮੇਤ ਸਾਰੀ ਫੌਜ ਨੇ ਬਹੁਤ ਖੁਸ਼ੀਆਂ ਮਨਾਈਆਂ। ਰਾਮ ਸਿੰਘ ਦੀ ਫੌਜ ਨੇ ਵੀ ਨਗਾਰੇ ਤੋਪਾਂ ਚਲਾ ਕੇ ਨਗਾਰੇ ਵਜਾ ਕੇ ਸ਼ੁਕਰਾਨਾ ਕੀਤਾ। ਜਦੋਂ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਆਗਮਨ ਪਟਨੇ ਦੀ ਧਰਤੀ ਤੇ ਹੋਇਆ, ਸਿੱਖ ਸੇਵਕ ਦਾਸ ਦਾਸੀਆਂ ਨੇ ਬਹੁਤ ਖੁਸ਼ੀਆਂ ਮਨਾਈਆਂ ਹਨ। ਵਿਦਵਾਨ ਆਇਆ, ਉਹਨੇ ਦੱਸਿਆ ਵੀ ਬੜੇ ਵੀਰ ਬਹਾਦਰ ਸੂਰਮੇ ਕਰਨੀ ਵਾਲੇ ਪ੍ਰਤਾਪ ਵਾਲੇ ਹੋਣਗੇ। ਇਵੇਂ ਕਲਗੀਧਰ ਮਹਾਰਾਜ ਸਾਹਿਬ ਦੇ ਆਗਮਨ ਦੀ ਖੁਸ਼ੀ ਸੁਣ ਕੇ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਦੇਵਤੇ ਵੀ ਆਪਣਾ ਰੂਪ ਵਟਾ ਕੇ ਆਏ ਨੇ। ਦੇਵਤਿਆਂ ਦੇ ਰਾਗੀ ਵੀ ਪਾਤਸ਼ਾਹ ਦੀ ਮਹਿਮਾ ਦੇ ਵਿੱਚ ਕੀਰਤਨ ਕਰ ਰਹੇ, ਗੁਣਗਾਨ ਕਰ ਰਹੇ ਨੇ। ਸਭ ਸੰਗਤਾਂ
ਪਟਨੇ ਨਿਵਾਸੀ ਆਪਣੇ ਵੱਡੇ ਭਾਗ ਜਾਣ ਰਹੀਆਂ ਨੇ ਵੀ ਸਾਡੇ ਭਾਗ ਬਹੁਤੇ ਵੱਡੇ ਨੇ। ਪਹਿਲਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਆਏ, ਹੁਣ ਮਹਾਰਾਜ ਅੱਗੇ ਪ੍ਰਦੇਸ਼ਾਂ ਨੂੰ ਗਏ ਸਨ, ਪਰਿਵਾਰ ਇੱਥੇ ਟਿਕਿਆ, ਉਹਨਾਂ ਦੇ ਘਰ ਵਿੱਚ ਸੋਹਣਾ ਸਾਹਿਬਜ਼ਾਦਾ ਉਹਦਾ ਆਗਮਨ ਹੋਇਆ ਹੈ। ਐਵੇਂ ਜਿਹੜੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਸਿੱਖ ਅੰਮ੍ਰਿਤ ਵੇਲੇ ਜਦੋਂ ਕਿਸੇ ਆਪਣੇ ਕੰਮ ਧੰਦੇ ਨੂੰ ਜਾਂਦਿਆਂ ਹੋਇਆਂ ਵੀ ਜਿੱਥੇ ਗੁਰੂ ਕਲਗੀਧਰ ਸਾਹਿਬ ਦਾ ਆਗਮਨ ਹੋਇਆ ਉੱਥੇ ਮੱਥਾ ਟੇਕ ਕੇ ਜਾਂਦੇ ਨੇ। ਕੰਮਾਂ ਤੋਂ ਵਾਪਸ ਆਉਂਦਿਆਂ ਵੀ ਘਰ ਫੇਰ ਜਾਂਦੇ ਨੇ, ਪਹਿਲਾਂ ਸਵੇਰੇ ਸ਼ਾਮ ਨਮਸਕਾਰ ਕਰਦੇ ਹਨ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਾ ਸਿੱਖ ਸੰਗਤਾਂ ਬਹੁਤ ਵਰਤਾ ਰਹੀਆਂ ਨੇ। ਮਹਾਰਾਜ ਦੇ ਆਗਮਨ ਦੇ ਖੁਸ਼ੀ ਦਾ ਸਮਾਂ ਬਣਿਆ ਹੋਇਆ ਹੈ। ਇਹੀ ਆਗਮਨ ਦੀ ਹੀ ਕਥਾ ਇਸ ਤੋਂ ਅੱਗੇ ਅੱਜ ਵੀ ਪ੍ਰਸੰਗ ਜੋ ਆ ਰਹੇ ਨੇ, ਪ੍ਰਕਾਸ਼ ਦੇ ਸਮੇਂ ਉਤਸਵ ਹੋਏ, ਇਹੀ ਆਪਾਂ ਸਰਵਣ ਕਰਾਂਗੇ। ਆਓ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਧਾਰੀਏ। ਰਸਨਾ ਕਰੋ ਪਵਿੱਤਰ ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋਡੇ ਕੁਲ ਭੂਖਨ ਜਨਮ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਸੋਢੀਆਂ ਦੀ ਕੁਲ ਦੇ ਮਾਨੋ ਵੀ ਗਹਿਣਾ ਹੀ ਨੇ। ਜਿਵੇਂ ਸਰੀਰ ਤੇ ਗਹਿਣਾ ਪਾਇਆ ਸ਼ੋਭਾ ਪਾਉਂਦਾ ਨਾ, ਸੋਹਣਾ ਫੱਬਦਾ, ਇਸੇ ਤਰ੍ਹਾਂ ਸੋਢੀਆਂ ਦੀ ਕੁਲ ਦੇ ਵਿੱਚ ਜੋ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਨੇ, ਇਹ ਮਾਨੋ ਵੀ ਸਤਿਗੁਰੂ ਮਹਾਰਾਜ ਸੋਹਣੇ ਸੋਢੀਆਂ ਦੀ ਕੁਲ ਦੇ ਵਿੱਚ ਗਹਿਣਾ ਰੂਪ ਹਨ। ਉਸ ਮਾਸ ਮਹਲੀਨ। ਤੇ ਸੋਢੀਆਂ ਦੀ ਕੁਲ ਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜੋ ਜਨਮ ਹੈ ਪੋਹ ਮਹੀਨੇ ਦੇ ਅੰਦਰ ਹੋਇਆ ਹੈ। ਪੋਹ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਆਪਣਾ ਆਗਮਨ ਕੀਤਾ ਹੈ। ਉਤੇ ਸੁਦੇ ਥਿਤ ਸਪਤਮੀ। ਜਿਸ ਦਿਨ ਕਲਗੀਧਰ ਮਹਾਰਾਜ ਪ੍ਰਗਟ ਹੋਏ ਉਸ ਸਮੇਂ ਪੋਹ ਮਹੀਨੇ ਦੀ ਪੋਹ ਸੁਦੀ ਸਪਤਮੀ ਥਿਤ ਸੀ। ਸੁੰਦਰ ਸਮੈ ਸੁਚੀਨਾ। ਤੇ ਬੜਾ ਸੋਹਣਾ ਸਮਾਂ ਕਹਿੰਦੇ ਜਾਣਿਆ ਜਾਂਦਾ। ਚਾਨਣੇ ਦਾ ਪੱਖ ਸੀ ਪੋਹ ਸੁਦੀ ਸਤਵੀਂ। ਪੋਹ ਮਹੀਨੇ ਦੀ ਪੂਰਨਮਾਸ਼ੀ ਤੋਂ ਪਹਿਲਾਂ ਗੁਰੂ ਸਾਹਿਬ ਜੀ ਪ੍ਰਗਟ ਹੋਏ ਹਨ। ਚੌਪਈ ਜਮ ਜਮਨੀ ਜਬ ਹੂੰ ਜਾਨੀ। ਆ ਜਿਸ ਵੇਲੇ ਪਹਿਰ ਕਰਾਤ ਰਹਿੰਦੀ ਪੋਹ ਸੁਦੀ ਸਪਤਮੀ ਦੀ ਜਾਣੀ ਆ ਵੀ ਜਦੋਂ ਸਾਹਿਬਜ਼ਾਦੇ ਦਾ ਆਗਮਨ ਹੋਇਆ ਵੀ ਪਹਿਰ ਕਰਾਤ ਬਾਕੀ ਰਹਿੰਦੀ, 3 ਘੰਟਿਆਂ ਦਾ ਸਮਾਂ ਹਾਲਾਂ ਬਾਕੀ ਜਾਣਿਆ। ਸੁਰਗਨ ਆਨ ਪ੍ਰਸੰਸਾ ਠਾਨੀ। ਆ ਜਿਹੜੇ ਧਰਤੀ ਤੇ ਮਨੁੱਖ ਸਨ ਗੁਰੂ ਕੇ ਸਿੱਖ, ਉਹਨਾਂ ਦਾ ਖੁਸ਼ੀ ਮਨਾਈ। ਜਿਹੜੇ ਦੇਵ ਲੋਕ ਵਿੱਚ ਰਹਿਣ ਵਾਲੇ ਦੇਵਤੇ ਹਨ, ਉਹਨਾਂ ਸਾਰਿਆਂ ਨੇ ਵੀ ਸਤਿਗੁਰੂ ਕਲਗੀਧਰ ਸਾਹਿਬ ਦਾ ਆਗਮਨ ਸੁਣ ਕੇ ਬਹੁਤ ਖੁਸ਼ੀਆਂ ਮਨਾਈਆਂ ਹਨ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਤਰਲੋਕੀ ਦੇ ਮਾਲਕ ਨੇ ਨਾ, ਇੱਕ ਲੋਕ ਦੇ ਮਾਲਕ ਨਹੀਂ ਹੈ। ਮਾਤ ਲੋਕ ਦੇ ਵਿੱਚ ਸਾਰੇ ਆਪਾਂ ਜੋ ਮਨੁੱਖ ਜਾਂ ਹੋਰ ਜਾਤੀਆਂ ਦੇ ਜੀਵ ਰਹਿੰਦੇ ਨੇ, ਇਸੇ ਤਰ੍ਹਾਂ ਪਤਾਲ ਲੋਕ ਸਵਰਗ ਲੋਕ ਹੈ। ਸਾਹਿਬ ਉਹਨਾਂ ਸਾਰਿਆਂ ਦੇ ਮਾਲਕ ਹਨ। ਕਈ ਵਾਰ ਸਾਨੂੰ ਮਨੁੱਖਾਂ ਦੀ ਬੜੀ ਥੋੜ੍ਹੀ ਮੱਤ ਹੈ ਵੀ ਕਿਤੇ ਦੇਵਤਿਆਂ ਦਾ ਨਾਂ ਆਵੇ ਤਾਂ ਹੋਰ ਤਰ੍ਹਾਂ ਦਾ ਮਨ ਵਿੱਚ ਆ ਜਾਂਦਾ ਖਿਆਲ ਵੀ ਇਹ ਕਿਉਂ ਆਇਆ। ਅਸਲ 'ਚ ਮਹਾਰਾਜ ਸਭ ਦੇ ਮਾਲਕ ਨੇ, ਸਾਡੇ ਇਕੱਲਿਆਂ ਦੇ ਨਹੀਂ। ਜਿਸ ਕਰਕੇ ਗੁਰਾਂ ਦੇ ਆਗਮਨ ਦੀ ਖੁਸ਼ੀ ਵਿੱਚ ਦੇਵਤਿਆਂ ਨੇ ਵੀ ਬਹੁਤ ਉਤਸਵ ਕੀਤਾ। ਬਿਥਰੀ ਭਰ ਸੁਗੰਧਪੁਰ ਸਾਰੇ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਜਿਸ ਸਮੇਂ ਆਗਮਨ ਹੋਇਆ ਹੈ, ਸਾਹਿਬਾਂ ਦੇ ਪ੍ਰਕਾਸ਼ ਹੋਣ ਦੇ ਨਾਲ ਹੀ ਸਾਰੇ ਪਟਨੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਸੁਗੰਧੀ ਜੀ, ਇੱਕ ਬਹੁਤ ਹੀ ਸੋਹਣੀ ਖੁਸ਼ਬੂ ਫੈਲ ਗਈ। ਜਾਗਤ ਜੇ ਲਖ ਬਿਸਮੈ ਧਾਰੇ। ਤੇ ਜਿਹੜੇ ਉਸ ਸਮੇਂ ਜਾਗ ਰਹੇ ਸਨ, ਜਦੋਂ ਪਹਿਰ ਰਾਤ ਰਹਿੰਦੀ ਤੋਂ ਜਿਹੜੇ ਲੋਕ ਜਾਗਦੇ ਨੇ, ਉਹਨਾਂ ਦੀ ਨਾਸਿਕਾ ਦੇ ਵਿੱਚ ਉਹ ਸ਼ੁਭ ਸੁਗੰਧੀ ਨਾਸਿਕਾਂ ਦੇ ਰਾਹੀਂ ਉਹਨਾਂ ਨੇ ਜਦੋਂ ਮਾਣੀ ਤਾਂ ਉਹ ਸੁਗੰਧੀ ਲੈ ਕਰਕੇ, ਉਹ ਖੁਸ਼ਬੂ ਲੈ ਕੇ ਅਚਾਨਕ ਹੀ ਕਹਿੰਦੇ ਵੀ ਹੈਰਾਨ ਹੋ ਗਏ ਸਾਰੇ ਅਚਰਜ ਹੋ ਗਏ ਵੀ ਇਹੋ ਜਿਹੀ ਖੁਸ਼ਬੂ ਪਹਿਲਾਂ ਤਾਂ ਨਹੀਂ ਕਦੀ ਇਸ ਸਮੇਂ ਅਸੀਂ ਵੇਖੀ ਸੁੰਗੀ। ਆਸ ਸੌਰਭ ਕਬ ਪ੍ਰਥਮ ਨ ਪਾਈ। ਸਾਧ ਸੰਗਤ ਮਹਾਰਾਜ ਸਾਹਿਬ ਦੇ ਆਗਮਨ ਦੇ ਨਾਲ ਸੁਗੰਧੀਆਂ ਫੈਲ ਗਈਆਂ ਨਗਰ ਦੇ ਵਿੱਚ।
ਤੇ ਜਿਹੜੇ ਲੋਕ ਜਾਗਦੇ ਸਨ, ਜਦੋਂ ਉਹਨਾਂ ਨੂੰ ਉਹ ਸੁਗੰਧੀ ਮਹਿਸੂਸ ਹੋਈ ਨਾਸਿਕਾ ਇੰਦਰੇ ਰਾਹੀਂ, ਤਾਂ ਆਪਸ ਵਿੱਚ ਗੱਲਾਂ ਕਰਦੇ ਨੇ। ਅਸ ਸੌਰਵ ਇਹੋ ਜੀ ਕਹਿੰਦੇ ਵੀ ਖੁਸ਼ਬੂ, ਇਹੋ ਜੀ ਜਿਹੜੀ ਸੁਗੰਧੀ ਹੈ ਜਿਹਦੇ ਨਾਲ ਮਨ ਨੂੰ ਸਕੂਨ ਮਿਲ ਰਿਹਾ ਹੈ, ਕਬ ਪ੍ਰਥਮ ਨਾ ਪਾਈ। ਪਹਿਲਾਂ ਕਹਿੰਦੇ ਇਹੋ ਜੀ ਖੁਸ਼ਬੂ ਨਹੀਂ ਅਸੀਂ ਪਾਈ, ਕਿਉਂਕਿ ਸੁਗੰਧੀ ਸਾਧ ਸੰਗਤ ਕੁਝ ਮਹਿਕਾਂ ਹੀ ਐਸੀਆਂ ਹੁੰਦੀਆਂ ਨੇ, ਜਦੋਂ ਸਾਡੀ ਨਾਸਿਕਾ ਦੇ ਰਾਹੀਂ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ ਤਾਂ ਸਰੀਰ ਸਾਡਾ ਖਿੜ ਉੱਠਦਾ ਹੈ। ਇਹੀ ਕਾਰਨ ਹੈ ਵੀ ਹਰ ਕੋਈ ਮਨੁੱਖ ਜਦੋਂ ਨਹਾਉਂਦਾ ਧੋਂਦਾ ਸਵਰਦਾ ਹੈ, ਤੇ ਬਹੁਤੇ ਲੋਕ ਜਿਹੜੇ ਨੇ ਖੁਸ਼ਬੂ ਲਾਉਂਦੇ ਨੇ ਸਰੀਰ 'ਤੇ ਕਿਸੇ ਨਾ ਕਿਸੇ ਢੰਗ ਨਾਲ, ਵੀ ਖੁਸ਼ਬੂ ਦੇ ਨਾਲ ਉਹਨਾਂ ਨੂੰ ਚੰਗਾ ਲੱਗਦਾ। ਤੇ ਮਹਾਰਾਜ ਸਾਹਿਬ ਦੇ ਆਗਮਨ ਹੋਣ ਦੇ ਨਾਲ ਆਪਣੇ ਆਪ ਹੀ ਮਨ ਵੀ ਸਾਰੀ ਬਨਸਪਤੀ ਨੇ ਸੁਗੰਧੀ ਦਾ ਵਿਸਥਾਰ ਫੈਲਾ ਕੀਤਾ। ਐਸੀ ਸੁੰਦਰ ਖੁਸ਼ਬੂ ਆਈ, ਲੋਕਾਂ ਨੂੰ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਸਨ ਹੈਰਾਨ ਹੋ ਗਏ, ਕਹਿੰਦੇ ਇਹੋ ਜੀ ਸੁਗੰਧੀ ਅਸੀਂ ਪਹਿਲਾਂ ਨਹੀਂ ਕਦੀ ਨਾਸਿਕਾ ਰਾਹੀਂ ਪਾਈ। ਇਹ ਆਓ ਜਗ ਅਬ ਕਿਤ ਤੇ ਆਈ। ਹੈਰਾਨ ਹਨ, ਕਹਿੰਦੇ ਵੀ ਇਹ ਅਚਾਨਕ ਹੀ ਪਤਾ ਨਹੀਂ ਕਿੱਥੋਂ ਸੁਗੰਧੀ ਆ ਰਹੀ, ਇਸ ਤਰ੍ਹਾਂ ਤਾਂ ਨਹੀਂ ਕਦੀ ਹੋਇਆ ਪਹਿਲਾਂ ਜੋ ਅੱਜ ਹੋ ਰਿਹਾ ਹੈ। ਸ੍ਰੀ ਗੁਰੂ ਮਾਤ ਨਾਨਕੀ ਤਬੈ। ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਸ਼੍ਰੀ ਨਾਨਕੀ ਜੀ ਨੇ ਸਗਨ ਵਿਚਾਰ ਕਰਹਿ ਸ਼ੁਭ ਸਭੈ। ਜਦੋਂ ਬਾਲਕ ਗੁਰੂ ਕਲਗੀਧਰ ਸਾਹਿਬ ਦਾ ਆਗਮਨ ਹੋਇਆ ਤਾਂ ਮਾਂ ਸੋਚਦੀ ਹੈ ਵੀ ਬੜੇ ਸਾਰੇ ਚੰਗੇ ਹੀ ਸ਼ਗਨ ਨੇ, ਬਹੁਤਾ ਸੋਹਣਾ ਹੀ ਸਮਾਂ ਬਣਿਆ, ਇਹਨਾਂ ਦੇ ਆਉਣ ਦੇ ਨਾਲ ਚੰਗਾ ਹੀ ਚੰਗਾ ਲੱਗ ਰਿਹਾ ਹੈ ਸਾਰੇ ਪਾਸੇ। ਮਹਾਪੁਰਸ਼ ਮਮ ਸੁਤ ਕੇ ਹੋਵਾ। ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ ਮਾਤਾ ਨਾਨਕੀ ਕਹਿੰਦੀ ਏ ਮਹਾਪੁਰਖ ਹੀ ਪੈਦਾ ਹੋਇਆ, ਕੋਈ ਮਹਾਨ ਸੂਰਮਾ, ਜਿਸ ਕੇ ਜਨਮਤ ਸ਼ੁਭ ਹੀ ਜੋਵਾ। ਜਿਸ ਦੇ ਜਨਮ ਲੈਣ ਦੇ ਨਾਲ ਸ਼ੁਭ ਚੰਗਾ ਚੰਗਾ ਹੀ ਕਹਿੰਦੀ ਮੈਂ ਵੇਖ ਰਹੀ ਹਾਂ, ਮੈਨੂੰ ਚੰਗਾ ਹੀ ਪ੍ਰਤੀਤ ਹੋ ਰਿਹਾ ਹੈ ਸਭ ਕੁਝ ਹੁਣ। ਪਤ ਕੇ ਬਾਗ ਵਿਚਾਰਨ ਕਰਤੀ। ਤੇ ਜਦੋਂ ਕਲਗੀਧਰ ਸਾਹਿਬ ਦਾ ਆਗਮਨ ਹੋ ਗਿਆ ਤਾਂ ਮਾਤਾ ਨਾਨਕੀ ਨੂੰ ਚੇਤਾ ਆ ਗਿਆ ਕੀਰਤਪੁਰ ਸਾਹਿਬ ਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸਨ ਮਾਤਾ ਨਾਨਕੀ ਜੀ ਨੂੰ ਵੀ ਤੇਰੇ ਪੁੱਤਰ ਦੇ ਘਰ ਦੇ ਵਿੱਚ ਬਹੁਤ ਮਹਾਬਲੀ ਪੁੱਤਰ ਆਵੇਗਾ, ਪੋਤਰਾ ਖੜਾਵੇਂਗੀ। ਹੁਣ ਪੋਤਰੇ ਦਾ ਜਨਮ ਹੋਇਆ ਹੈ ਤੇ ਆਪਣੇ ਪਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਨੂੰ ਮਾਤਾ ਨਾਨਕੀ ਚੇਤੇ ਕਰਦੀ ਹੈ। ਫੁੱਲ ਦੀਪਕ ਉਪਜਹਿ ਮੁੱਦ ਧਰਤੀ। ਆ ਮਾਂ ਬਹੁਤ ਖੁਸ਼ ਹੁੰਦੀ ਹੈ ਦਾਦੀ ਮਾਤਾ ਵੀ ਮੇਰੇ ਪਾਤਸ਼ਾਹ ਪਤੀ ਸੁਆਮੀ ਨੇ ਕਿਹਾ ਸੀ ਵੀ ਨਾਨਕੀ ਤੇਰੇ ਘਰ ਦੇ ਵਿੱਚ ਐਸਾ ਪੋਤਰਾ ਜਨਮੇਗਾ, ਉਹ ਮਾਨੋ ਤੇਰੀ ਕੁਲ ਦਾ ਦੀਪਕ ਹੀ ਹੋਵੇਗਾ, ਸੋਢੀਆਂ ਦੀ ਕੁਲ ਵਿੱਚ ਚਾਨਣੀ ਕਰ ਦੇਵੇਗਾ ਪ੍ਰਗਟ ਹੋ ਕੇ। ਸ੍ਰੀ ਨਾਨਕ ਕਹੋ ਉਜਲ ਨਾਮੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਪਵਿੱਤਰ ਨਾਮ ਤਾਂ ਪਹਿਲਾਂ ਹੀ ਹੈ, ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਦੀ ਬਹੁਤ ਵਡਿਆਈ ਹੈ। ਕਰਹਿ ਜਗਤ ਸਭ ਮਹਿ ਅਭਿਰਾਮੋ। ਪਰ ਸ੍ਰੀ ਨਾਨਕੀ ਜੀ ਸੋਚਦੇ ਨੇ ਮੇਰੇ ਪਤੀ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਵੀ ਇਹ ਤੇਰਾ ਜਿਹੜਾ ਪੋਤਰਾ ਹੋਵੇਗਾ ਨਾ, ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਘਰ ਦਾ ਨਾਮ ਹੋਰ ਸੋਹਣਾ ਸੁੰਦਰ ਉਜਲ ਕਰੇਗਾ, ਸਾਰੇ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਦਾ ਵਿਸਥਾਰ ਫੈਲਾ ਕਰੇਗਾ। ਇਮ ਪ੍ਰਸੰਨ ਹੋਏ ਭਾਖਿਓ ਮੋਹੀ। ਇਸ ਤਰ੍ਹਾਂ ਖੁਸ਼ ਹੋ ਕੇ ਮਾਤਾ ਨਾਨਕੀ ਕਹਿੰਦੀ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਬਚਨ ਕੀਤਾ ਸੀ ਕੀਰਤਪੁਰ ਸਾਹਿਬ, ਸਾਚ ਬਚਨ ਨਿਸ਼ਚੈ ਤਿਨ ਹੋਹੀ। ਤੇ ਕਹਿੰਦੀ ਬਿਲਕੁਲ ਉਹਨਾਂ ਦੇ ਬਚਨ ਸੱਚੇ ਹੋਣਗੇ। ਪਹਿਲਾਂ ਕਿਹਾ ਸੀ ਪੁੱਤਰਾ ਖੜਾਵੇਂਗੀ, ਅੱਜ ਮੇਰੇ ਭਾਗ ਹੈ ਮੇਰੇ ਘਰ ਵਿੱਚ ਪੁੱਤਰ ਆਇਆ। ਫਿਰ ਉਹਨਾਂ ਕਿਹਾ ਸੀ ਸੂਰਮਾ ਹੋਵੇਗਾ ਤੇ ਜਗਤ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੋਰ ਨਾਮ ਰੌਸ਼ਨ ਕਰੇਗਾ। ਇਹ ਪਤੀ ਦੇ ਬਚਨ ਸੱਚੇ ਹੀ ਮੈਂ ਵੇਖਦੀ ਹਾਂ ਹੋਣਗੇ। ਤਾਤੇ ਆਨੰਦ ਕਰਤੇ ਮਨ ਮਾਹੂ। ਐਵੇਂ ਮਾਤਾ ਨਾਨਕੀ ਮਨ ਵਿੱਚ ਬਹੁਤ ਖੁਸ਼ੀਆਂ ਮਨਾ ਕੇ ਆਨੰਦ ਮਾਣ ਰਹੇ ਹਨ। ਸੁਧ ਕੋ ਪਠਨ ਹੇਤ ਸੁਤ ਪਾਹੂ। ਉਸ ਵੇਲੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਖਬਰ ਭੇਜਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਵੀ ਖਬਰ ਭੇਜ ਦਈਏ ਵੀ ਤੁਹਾਡੇ ਘਰ ਦੇ ਵਿੱਚ ਬਾਲਕ ਦਾ ਜਨਮ ਹੋਇਆ। ਇਹ ਤਾਂ ਮਾਤਾ ਦੇ ਖਿਆਲ ਨੇ ਤੇ ਚਿੱਠੀ ਭੇਜੀ ਵੀ, ਪਰ ਇਤਿਹਾਸਕਾਰਾਂ ਲਿਖਿਆ ਵੀ ਉਸ ਸਵੇਰ ਮਹਾਰਾਜ ਸਾਹਿਬ ਜੀ ਚੌਂਕੜਾ ਮਾਰ ਕੇ ਜਦ ਬੈਠੇ ਹੋਏ ਸਨ, ਕੁਝ ਸਿੱਖ ਹਜ਼ੂਰੀ ਸਨ ਨਵੇਂ ਪਾਤਸ਼ਾਹ ਦੇ ਹਜ਼ੂਰ ਬੈਠੇ ਖਲੋਤੇ, ਤਾਂ ਉਹ ਪਹਿਰ ਕਰਾਤ ਰਹਿੰਦੀ ਤੋਂ ਗਰੀਬ ਨਵਾਜ਼ ਸਤਿਗੁਰਾਂ ਨੇ ਉਸ ਵੇਲੇ ਸਿਰ ਝੁਕਾ ਕੇ ਨਮਸਕਾਰ ਕੀਤੀ ਸੀ ਪਰਮੇਸ਼ਰ ਦੇ ਸ਼ੁਕਰਾਨੇ 'ਚ। ਮਹਾਰਾਜ ਨੂੰ ਤਾਂ ਪਤਾ ਲੱਗ ਹੀ ਗਿਆ ਸੀ ਕਿਉਂਕਿ ਗੁਰੂ ਸਾਹਿਬ ਅੰਤਰਜਾਮੀ ਨੇ,
ਪਰ ਫਿਰ ਵੀ ਮਾਤਾ ਚਾਹੁੰਦੀ ਆ ਮੈਂ ਆਪਣੇ ਪੁੱਤਰ ਤੇਗ ਬਹਾਦਰ ਸਾਹਿਬ ਨੂੰ ਖਬਰ ਭੇਜਾਂ ਵੀ ਤੁਹਾਡੇ ਘਰ ਵਿੱਚ ਪੁੱਤਰ ਹੋਇਆ ਏ। ਕਰੀ ਪੱਤਰ ਕਾ ਤਬ ਹੈ ਲਿਖਾਵਨ। ਉਸੇ ਵੇਲੇ ਨਾਵੇਂ ਸਤਿਗੁਰਾਂ ਨੂੰ ਖਬਰ ਭੇਜਣ ਵਾਸਤੇ ਲਿਖਾਰੀ ਦੇ ਕੋਲੋਂ ਚਿੱਠੀ ਪੱਤਰਕਾ ਲਿਖਾਈ ਐ। ਤੁਮ ਘਰ ਨੰਦਨ ਨਿਪਜਿਓ ਪਾਵਨ। ਚਿੱਠੀ ਦੇ ਵਿੱਚ ਲਿਖਿਆ ਹੈ ਮੇਰੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਤੁਹਾਡੇ ਘਰ ਵਿੱਚ ਬੜਾ ਪਵਿੱਤਰ ਤੇ ਬੜਾ ਸੋਹਣਾ ਸਰੂਪ ਪੁੱਤਰ ਜਨਮਿਆ ਹੈ। ਭਏ ਸ਼ਗੁਨ ਤੇ ਸਮੈ ਕਨੇਰੇ। ਤੇ ਜਿਸ ਵੇਲੇ ਤੁਹਾਡੇ ਘਰ ਵਿੱਚ ਬਾਲਕ ਨੇ ਜਨਮ ਲਿਆ ਮਹਾਰਾਜ, ਉਸ ਵੇਲੇ ਬੜੇ ਸੋਹਣੇ ਸ਼ਗਨ ਹੋਏ ਨੇ, ਚੰਗਾ ਹੀ ਚੰਗਾ ਸਭ ਕੁਝ ਹੋਇਆ ਹੈ ਉਹਨਾਂ ਦੇ ਆਉਣ ਕਰਕੇ। ਜੋ ਪ੍ਰਮੋਦ ਦਾ ਅਹੈ ਵਡੇਰੇ। ਜੋ ਬਹੁਤ ਪ੍ਰਮੋਦ ਖੁਸ਼ੀਆਂ ਤੇ ਆਨੰਦ ਦੇਣ ਵਾਲੇ ਹਨ, ਜਿਨ੍ਹਾਂ ਦੇ ਆਉਣ ਦੇ ਨਾਲ ਮੱਲੋ ਮੱਲੀ ਮਨ ਨੂੰ ਖੁਸ਼ੀ ਹੋ ਰਹੀ, ਚਾਅ ਹੋ ਰਿਹਾ ਹੈ। ਕਿਰਪਾ ਕੀਨ ਸ਼੍ਰੀ ਨਾਨਕ ਮਹਾ। ਤੇ ਮਾਤਾ ਨਾਨਕੀ ਜੀ ਚਿੱਠੀ 'ਚ ਲਿਖਦੇ ਨੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਹੁਤ ਮਹਾਨ ਕਿਰਪਾ ਕੀਤੀ ਸਾਡੇ ਤੇ। ਭਈ ਕਾਮਨਾ ਪੂਰਨ ਇਹਾਂ। ਜਿਹੜੀ ਮੇਰੇ ਮਨ ਦੀ ਕਾਮਨਾ ਸੀ ਵੀ ਬਹੁਤ ਸਮੇਂ ਤੋਂ ਵੀ ਪੋਤਰਾ ਖੜਾ ਕੇ ਜਾਵਾਂ, ਉਹ ਇੱਥੇ ਪਟਨੇ ਦੀ ਧਰਤੀ ਤੇ ਆ ਕੇ ਮੇਰੀ ਕਾਮਨਾ ਪੂਰੀ ਹੋਈ ਹੈ। ਅਬ ਸੁੰਦਰ ਲੱਗੈ ਹੈ ਨਿਜ ਭਵਨੁ। ਤੇ ਮਾਤਾ ਨਾਨਕੀ ਜੀ ਲਿਖਦੇ ਨੇ ਆਪਣੇ ਪੁੱਤਰ ਸਤਿਗੁਰੂ ਨੂੰ ਚਿੱਠੀ 'ਚ ਵੀ ਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਤੁਹਾਡੇ ਘਰ 'ਚ ਪੁੱਤਰ ਜੋ ਆਇਆ, ਮੇਰਾ ਪੁੱਤਰ ਆਇਆ, ਇਹਨਾਂ ਦੇ ਆਉਣ ਕਰਕੇ ਮੈਨੂੰ ਸਾਰਾ ਘਰ ਹੁਣ ਸੋਹਣਾ ਸੋਹਣਾ ਹੀ ਲੱਗਦਾ ਹੈ। ਸਾਰਾ ਘਰ ਬੜਾ ਸੁੰਦਰ ਹੀ ਲੱਗਦਾ, ਭਰਿਆ ਭਰਿਆ ਲੱਗਦਾ। ਪਹਿਲਾਂ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਸਵਾਲ ਉੱਠਦੇ ਸਨ, ਘਰ ਵਿੱਚ ਮਨ ਨਹੀਂ ਸੀ ਲੱਗਦਾ। ਪਰ ਮਾਤਾ ਨਾਨਕੀ ਜੀ ਲਿਖਦੇ ਨੇ ਹੁਣ ਹੇ ਪੁੱਤਰ, ਤੁਹਾਡੇ ਸਾਹਿਬਜ਼ਾਦੇ ਦੇ ਆਉਣ ਕਰਕੇ ਮੈਨੂੰ ਘਰ ਵੀ ਬੜਾ ਸੋਹਣਾ ਹੀ ਭਰਿਆ ਭਰਿਆ ਲੱਗਦਾ ਹੈ। ਇਤ ਕੋ ਕਰਹੁ ਆਪ ਆਗਮਨੁ। ਤੇ ਇਸ ਖੁਸ਼ੀ ਦੇ ਸਮੇਂ ਵਿੱਚ ਤੁਸੀਂ ਵੀ ਇੱਧਰ ਵਾਪਸ ਮੁੜ ਕੇ ਘਰ ਵਿੱਚ ਆ ਜਾਓ, ਆਪਣੇ ਸਾਹਿਬਜ਼ਾਦੇ ਨੂੰ ਵੇਖੋ, ਖੜਾਵੋ। ਹਿਮ ਲਿਖ ਕਰ ਤਤਕਾਲ ਪਠਾਵਾ। ਇਸ ਤਰ੍ਹਾਂ ਪੱਤਰਕਾ ਲਿਖ ਕੇ ਮਾਤਾ ਨਾਨਕੀ ਜੀ ਨੇ ਝਾਟੀ ਇੱਕ ਸਿੱਖ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਭੇਜਿਆ। ਪਹੁੰਚੋ ਬਿਨ ਬਿਲੰਬ ਤਿਸ ਗਾਵਾ। ਤੇ ਜਾਂਦੇ ਸਮੇਂ ਮਾਤਾ ਜੀ ਨੇ ਕਿਹਾ ਵੀ ਹੇ ਗੁਰਸਿੱਖਾ, ਸਮਾਂ ਨਾ ਬਹੁਤਾ ਰਸਤੇ 'ਚ ਲਾਈ, ਬਿਨਾਂ ਦੇਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚ ਜਾ। ਉਤੇ ਜਹਾਂ ਸ਼੍ਰੀ ਤੇਗ ਬਹਾਦਰ। ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪਟਨੇ ਤੋਂ ਹਾਲਾ ਰਵਾਨਾ ਹੀ ਹੋਏ ਸਨ, ਅਸਾਮ ਨਹੀਂ ਸਨ ਪਹੁੰਚੇ, ਤੇ ਰਸਤੇ ਦੇ ਵਿੱਚ ਹੀ ਸਨ ਗੁਰੂ ਸਾਹਿਬ ਜੀ। ਤੋਰਨ ਗਇਓ ਪਹੁੰਚ ਬਹਾਦਰ। ਤੇ ਝਾਟੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸੁਨੇਹਾ ਲੈ ਕੇ ਜਾਣ ਵਾਲਾ ਸਿੱਖ ਮੰਜ਼ਲਾਂ ਨੂੰ ਤੈਅ ਕਰਦਿਆਂ ਹੋਇਆ ਮਹਾਰਾਜ ਦੇ ਕੋਲ ਹਾਜ਼ਰ ਹੋ ਗਿਆ। ਬਹੁਤ ਸਭ ਸਗਰੇ ਦਲ ਭਇਓ। ਜਦੋਂ ਖਬਰ ਦਿੱਤੀ ਵੀ ਮਹਾਰਾਜ ਤੁਹਾਡੇ ਘਰ ਵਿੱਚ ਸਾਹਿਬਜ਼ਾਦਾ ਆਇਆ, ਤਾਂ ਜਿਹੜੀ ਰਾਮ ਸਿੰਘ ਦੀ ਫੌਜ ਸੀ ਉਹਨਾਂ ਨੂੰ ਵੀ ਖਬਰ ਮਿਲੀ। ਰਾਜੇ ਨੇ ਆਪਣੀਆਂ ਫੌਜਾਂ ਦੇ ਵਿੱਚ ਵੀ ਖੁਸ਼ੀਆਂ ਬਹੁਤ ਮਨਾਈਆਂ, ਸਾਰੀ ਫੌਜ ਨੇ, ਸਾਰੇ ਦਲ ਨੇ ਖੁਸ਼ੀ ਮਨਾਈ ਗੁਰਾਂ ਦੇ ਘਰ ਵਿੱਚ ਪੁੱਤਰ ਦੇ ਜਨਮ ਹੋਣ ਦੀ ਗੱਲ ਸੁਣ ਕੇ। ਰਾਮ ਸਿੰਘ ਰਾਜੇ ਮੁਦ ਕਿਓ। ਤੇ ਰਾਜਾ ਰਾਮ ਸਿੰਘ ਨੇ ਬਹੁਤ ਖੁਸ਼ੀ ਕੀਤੀ ਹੈ, ਜੋ ਪਿੱਛੇ ਵੀ ਵਿਸਥਾਰ ਆ ਚੁੱਕਾ ਹੈ ਵੀ ਤੋਪਾਂ ਬੰਦੂਕਾਂ ਦੇ ਫਾਇਰ ਕਰਕੇ ਮਹਾਰਾਜ ਸਾਹਿਬ ਦੇ ਆਗਮਨ ਦਾ ਇਹਨੇ ਸਤਿਕਾਰ ਕੀਤਾ, ਮਾਨੋ ਵੀ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਮਨਾਈ ਹੈ। ਇਹ ਸਿੱਖ ਕੋ ਗੁਰ ਬਖਸ਼ਿਸ਼ ਦੀਨਾ। ਜਿਸ ਸਿੱਖ ਨੇ ਆ ਕੇ ਖਬਰ ਦਿੱਤੀ ਵੀ ਮਹਾਰਾਜ ਤੁਹਾਡੇ ਘਰ ਵਿੱਚ ਸਾਹਿਬਜ਼ਾਦਾ ਆਇਆ, ਨਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਬਹੁਤ ਹੀ ਬਖਸ਼ਿਸ਼ ਕੀਤੀ ਉਸ ਦੇ ਉੱਪਰ। ਲੋਕ ਪਰਲੋਕ ਸੁਖੀ ਬਹੁ ਕੀਨ। ਇਸ ਲੋਕ ਪਰਲੋਕ ਦੇ ਸੁਖ ਮਹਾਰਾਜ ਨੇ ਬਖਸ਼ ਦਿੱਤੇ, ਸੰਸਾਰ ਦੀਆਂ ਲੋੜਾਂ ਵੀ ਪੂਰੀਆਂ ਕਰਤੀਆਂ ਤੇ ਪਰਲੋਕ ਦੀ ਵੀ ਕਲਿਆਣ ਕਰ ਦਿੱਤੀ। ਪੁਨ ਹੈ ਪੱਤਰ ਕਾ ਆਪ ਲਖਾਈ। ਤੇ ਚਿੱਠੀ ਪੜ੍ਹ ਕੇ ਆਪਣੀ ਮਾਤਾ ਵੱਲੋਂ ਭੇਜੀ ਹੋਈ ਫਿਰ ਇੱਕ ਚਿੱਠੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖੀ ਤੇ ਲਿਖ ਕੇ ਉਸੇ ਸਿੱਖ ਦੇ ਕੋਲੋਂ ਵਾਪਸ ਭੇਜੀ ਆ ਵੀ ਇਹ ਸੁਨੇਹਾ ਦੇ ਦੀ ਮੇਰੀ ਮਾਤਾ ਨੂੰ। ਦੇਸ਼ ਕਾਮਰੂ ਹਮ ਅਬ ਜਾਈ। ਇਹ ਸ੍ਰੀ ਮਾਤਾ ਨਾਨਕੀ ਜੀ, ਹੁਣ ਤਾਂ ਮੁੜਿਆ ਨਹੀਂ ਜਾਣਾ ਸਾਡੇ ਕੋਲ, ਕਿਉਂਕਿ ਕਈ ਸਿੱਖਾਂ ਦੇ ਰਾਜ ਕਾਰਜ ਕਰਨੇ ਨੇ,
ਫਿਰ ਅੱਗੇ ਅਸਾਮ ਵਿੱਚ ਕਾਮਰੂਪ ਦੇਸ਼ ਵਿੱਚ ਜਾ ਕੇ ਇਸ ਰਾਜੇ ਰਾਮ ਸਿੰਘ ਦਾ ਕਾਰਜ ਅਸੀਂ ਕਰਨਾ ਹੈ। ਨਿਰਪ ਕੋ ਕਾਜ ਜਬੈ ਬਨ ਜਾਏ। ਨਵੇਂ ਪਾਤਸ਼ਾਹ ਨੇ ਪੱਤਰ ਕਾਜ ਲਿਖ ਕੇ ਮਾਤਾ ਨੂੰ ਜਵਾਬ ਦਿੱਤਾ ਵੀ ਜਦੋਂ ਇਹ ਸੇਵਕਾਂ ਦੇ ਇਸ ਰਾਜੇ ਦੇ ਮਹਾਂ ਕਾਰਜ ਨੇਪਰੇ ਚੜ ਜਾਣਗੇ ਤਬ ਹਮ ਆਵਹਿਂਗੇ ਇਸ ਥਾਈ। ਤਦੋਂ ਅਸੀਂ ਵਾਪਸ ਫਿਰ ਪਟਨੇ ਦੀ ਧਰਤੀ ਤੇ ਆਵਾਂਗੇ ਜਿੱਥੇ ਤੁਸੀਂ ਬਿਰਾਜਮਾਨ ਹੋ। ਰਿਤ ਪਾਰੋ ਤੁਮ ਸਾਹਿਬ ਜ਼ਾਦਾ। ਇਸ ਕਰਕੇ ਮਾਤਾ ਜੀ ਸਾਨੂੰ ਤਾਂ ਕੁਝ ਸਮਾਂ ਲੱਗੇਗਾ ਪਰ ਹੁਣ ਤੁਹਾਡੀ ਇੱਛਾ ਪੂਰੀ ਹੋਈ ਆ। ਸਾਹਿਬਜ਼ਾਦੇ ਦੀ ਪ੍ਰਤਪਾਲਣਾ ਕਰੋ ਹਰ ਤਰ੍ਹਾਂ ਕਰਕੇ। ਕਰੋ ਦੁਲਾਰਨ ਧਰ ਅਹਲਾਦਾ। ਬਹੁਤ ਤੁਸੀਂ ਮਨ ਵਿੱਚ ਚਾਹਨਾ ਰੱਖਦੇ ਸੀ ਵੀ ਮੇਰੇ ਘਰ ਵਿੱਚ ਪੋਤਰਾ ਆਵੇ, ਮੈਂ ਪੋਤਰਾ ਖੜਾਵਾਂ। ਤਾਂ ਨਵੇਂ ਪਾਤਸ਼ਾਹ ਕਹਿੰਦੇ ਮਾਂ ਜੀ ਹੁਣ ਖੁਸ਼ੀ ਦਾ ਸਮਾਂ ਮਿਲਿਆ, ਅਸੀਂ ਤਾਂ ਆਵਾਂਗੇ ਕੁਝ ਸਮੇਂ ਬਾਅਦ, ਪਰ ਤੁਸੀਂ ਆਪਣੇ ਪੋਤਰੇ ਨੂੰ ਦੁਲਾਰੋ, ਲਾੜ ਲੜਾਓ, ਖੁਸ਼ੀਆਂ ਮਨਾਓ, ਆਨੰਦ ਕਰੋ, ਹੁਣ ਖੇਡਾਂ ਕਰੋ ਬਾਲਕ ਨਾਲ। ਪੱਠੀ ਪੱਤਰ ਕਾ ਪਟਣੀ ਆਈ। ਮਹਾਰਾਜ ਸਾਹਿਬ ਦੀ ਲਿਖੀ ਹੋਈ ਚਿੱਠੀ ਉਹ ਸਿੱਖ ਦੇ ਕੋਲੋਂ ਭੇਜੀ ਤੇ ਪਟਨੇ ਵਿੱਚ ਆ ਗਿਆ ਸਿੱਖ। ਜਹਾਂ ਅਨਕ ਬਿਦ ਹੋਤ ਵਧਾਈ। ਜਿੱਥੇ ਪਹਿਲਾਂ ਹੀ ਗੁਰੂ ਕਲਗੀਧਰ ਸਾਹਿਬ ਦੇ ਆਗਮਨ ਕਰਕੇ ਵਧਾਈਆਂ ਖੁਸ਼ੀਆਂ ਹੋ ਰਹੀਆਂ ਸਨ। ਇਮ ਪ੍ਰਸੰਗ ਨੌਵੇਂ ਪਾਤਸ਼ਾਹ। ਇਸ ਤਰ੍ਹਾਂ ਕਵੀ ਜੀ ਕਹਿੰਦੇ ਨੌਵੇਂ ਪਾਤਸ਼ਾਹ ਦਾ ਪ੍ਰਸੰਗ ਜਦੋਂ ਰਾਹ ਵਿੱਚ ਹੀ ਹਲੇ ਜਾ ਰਹੇ ਸੀ ਅਸਾਮ ਵੱਲ ਨੂੰ, ਮਹਾਰਾਜ ਸਾਹਿਬ ਜੀ ਨੂੰ ਖਬਰ ਮਿਲੀ। ਸਤਿਗੁਰਾਂ ਨੇ ਐਵੇਂ ਸੁਨੇਹਾ ਭੇਜਿਆ ਵੀ ਤੁਸੀਂ ਹਰ ਤਰ੍ਹਾਂ ਕਰਕੇ ਰਕਸ਼ਾ ਕਰੋ। ਕਈ ਹੁਕਮਨਾਮੇ ਮਿਲਦੇ ਆ ਵੀ ਮਹਾਰਾਜ ਕੁਝ ਸਮੇਂ ਬਾਅਦ ਹੁਕਮਨਾਮੇ ਲਿਖ ਕੇ ਭੇਜਦੇ ਹੁੰਦੇ ਸਨ। ਸਾਹਿਬਜ਼ਾਦੇ ਦੇ ਨਾਲ ਕਿਵੇਂ ਤੁਸੀਂ ਵਰਤਾਓ ਕਰਨਾ ਹੈ, ਸਾਹਿਬਜ਼ਾਦੇ ਦੀ ਆਗਿਆ ਮੰਨਣੀ ਹੈ। ਇਹ ਹੁਕਮਨਾਮੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਂਦੇ ਰਹੇ ਨੇ। ਤੇ ਪਾਤਸ਼ਾਹ ਨੇ ਚਿੱਠੀ ਲਿਖ ਕੇ ਭੇਜੀ ਹੈ ਵੀ ਇਹਨਾਂ ਦੀ ਹਰ ਤਰ੍ਹਾਂ ਕਰਕੇ ਰੱਖਿਆ ਕਰਨੀ। ਮਾਤਾ ਜੀ ਲਾਡ ਲੜਾਓ, ਹੁਣ ਆਨੰਦ ਮਾਣੋ, ਗੁਰੂ ਨਾਨਕ ਦਾ ਸ਼ੁਕਰਾਨਾ ਕਰੋ। ਇਸ ਤਰ੍ਹਾਂ ਨਵੇਂ ਪਾਤਸ਼ਾਹ ਦਾ ਇਹ ਪ੍ਰਸੰਗ ਇੱਥੇ ਆਇਆ ਹੈ। ਸੁਨਿਓ ਜਨਮ ਕੋ ਆਵੇ ਉਤਸਾਹੂ। ਹੁਣ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਗਲੀ ਕਥਾ ਜਿਹੜੀ ਹੈ ਨਾ, ਉਹ ਕੁਝ ਪ੍ਰਸੰਗ ਸਾਖੀਆਂ ਤੋਂ ਬਾਅਦ ਕਵੀ ਜੀ ਕਹਿੰਦੇ ਮੈਂ ਫੇਰ ਕਹਾਂਗਾ ਜਿਵੇਂ ਉਹ ਪਟਨੇ ਆਉਂਦੇ ਹਨ। ਹੁਣ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦੇ ਸਮੇਂ ਜਿਹੜਾ ਉਤਸ਼ਾਹ ਹੋ ਰਿਹਾ, ਜਿਹੜੇ ਮੰਗਲ ਹੋ ਰਹੇ, ਖੁਸ਼ੀਆਂ ਹੋ ਰਹੀਆਂ, ਉਹ ਕਥਾ ਸੁਣੀਏ। ਮਾਤ ਨਾਨਕੀ ਬਿਰਧਾ ਵਡੇਰੀ। ਇੱਧਰ ਜੋ ਸ੍ਰੀ ਮਾਤਾ ਨਾਨਕੀ ਜੀ ਹਨ, ਉਮਰ ਕਰਕੇ ਬਹੁਤ ਹੀ ਵਡੇਰੀ ਉਮਰ ਦੇ ਬਿਰਧ ਹੋ ਚੁੱਕੇ ਹਨ। ਰੱਛਹਿ ਅਨਕ ਪ੍ਰਕਾਰ ਕਨੇਰੀ। ਤੇ ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਗੋਬਿੰਦ ਰਾਏ ਦੀ ਰਕਸ਼ਾ ਬਹੁਤ ਤਰ੍ਹਾਂ ਕਰਕੇ ਮਾਂ ਕਰਦੀ ਹੈ, ਕਿਉਂਕਿ ਪੋਹ ਦਾ ਮਹੀਨਾ ਸੀ ਨਾ, ਠੰਡ ਦੇ ਸਮੇਂ 'ਚ ਜਨਮ ਹੋਇਆ ਹੈ ਬਾਲਕ ਦਾ, ਤੇ ਬਿਰਧ ਉਮਰ ਹੈ। ਮਾਤਾ ਨਾਨਕੀ ਜੀ ਹਰ ਤਰ੍ਹਾਂ ਕਰਕੇ ਆਪਣੇ ਪੋਤਰੇ ਦੀ ਰੱਖਿਆ ਕਰਦੇ ਹਨ, ਠੰਡ ਨਾ ਲੱਗ ਜਾਵੇ, ਹੋਰ ਜੋ ਕਈ ਤਰ੍ਹਾਂ ਦੇ ਖਿਆਲ ਰੱਖਦੇ ਹਨ। ਸ਼੍ਰੀ ਨਾਨਕ ਆਦਿਕ ਗੁਰ ਨਾਮੂ। ਤੇ ਫਿਰ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਬਾਕੀ ਸਭ ਗੁਰਾਂ ਦੇ ਨਾਮ ਲੈਂਦੇ ਹਨ। ਦੇ ਮੁਖ ਤੇ ਇਤ ਉਤ ਫਿਰ ਧਾਮੂ। ਘਰ ਦੇ ਵਿੱਚ ਮਾਤਾ ਨਾਨਕੀ ਜੀ ਇੱਧਰ ਜਾਂ ਉੱਧਰ ਕਿਸੇ ਵੀ ਕਾਰਜ ਜਾਂਦੇ, ਪਰ ਆਪਣੇ ਮੁਖੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਹੀ ਗੁਰਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਤੀਕਰ ਨਾਮ ਲੈਂਦੇ ਨੇ, ਨਾਮ ਜਪੀ ਜਾਂਦੇ, ਅਰਦਾਸਾਂ ਕਰੀ ਜਾਂਦੇ ਹਨ। ਨਾਨਾ ਭਾਂਤ ਬਿਗਨ ਸਮੁਦਾਏ। ਅਰਦਾਸਾਂ ਬੇਨਤੀਆਂ ਕਰਦੇ ਗੁਰਾਂ ਦੇ ਨਾਮ ਜਪ ਕੇ ਵੀ ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਜੋ ਨਾਨਾ ਤਰ੍ਹਾਂ ਦੇ ਬੱਚਿਆਂ ਦੇ ਉੱਤੇ ਵਿਘਨ ਆਉਂਦੇ ਹੁੰਦੇ ਆ, ਕਈ ਬੱਚਿਆਂ ਦੇ ਰੁਕਾਵਟਾਂ ਆਉਂਦੀਆਂ ਹਨ, ਸਕਲ ਬਿਨਾਸੋ ਬਨਹੁ ਸਹਾਏ। ਆਪ ਕਿਰਪਾ ਕਰਕੇ ਸਹਾਈ ਹੋਵੋ ਤਾਂ ਸਾਰੇ ਹੀ ਵਿਘਨ, ਸਾਰੇ ਹੀ ਕਸ਼ਟ ਮੇਰੇ ਪੋਤਰੇ ਸਾਹਿਬਜ਼ਾਦੇ ਗੋਬਿੰਦ ਰਾਏ ਦੇ ਕੱਟ ਦੇਵੋ। ਮਮ ਪੋਤਰੇ ਕੀ ਰੱਛਿਆ ਧਰਿਆ ਹੈ। ਐਵੇਂ ਮਾਤਾ ਨਾਨਕੀ ਘਰ ਵਿੱਚ ਤੁਰੇ ਫਿਰਦੇ ਗੁਰੂ ਨਾਨਕ ਦੇਵ ਪਾਤਸ਼ਾਹ ਕੇ ਅਰਦਾਸ ਕਰਦੇ, ਮਹਾਰਾਜ ਮੇਰੇ ਪੋਤਰੇ ਦੀ ਰੱਛਿਆ ਕਰਨੀ, ਤੁਸੀਂ ਹਰ ਤਰ੍ਹਾਂ ਦੇ ਰੋਗਾਂ ਬਿਮਾਰੀਆਂ ਕਸ਼ਟਾਂ ਤੋਂ ਬਚਾ ਕੇ ਰੱਖਣਾ। ਚੰਦ ਮਨਿੰਦ ਬਿਲੰਦਹ ਕਰੀਆ ਹੈ। ਜਿਵੇਂ ਦੂਜ ਦਾ ਚੰਦਰਮਾ ਮਹਾਰਾਜ ਵੱਧਦਾ ਹੈ, ਪੂਰਨਮਾਸ਼ੀ ਦਾ ਚੰਦ ਬਣਦਾ, ਐਵੇਂ ਮੇਰੇ ਪੋਤਰੇ ਨੂੰ ਉਸੇ ਤਰ੍ਹਾਂ ਬੁਲੰਦਹ ਕਰੀਏ, ਵੱਡਿਆ ਕਰਿਓ। ਮੇਰਾ ਪੋਤਰਾ ਮਹਾਰਾਜ ਚੰਦਰਮਾ ਦੇ ਵਾਂਗ ਦਿਨ ਪ੍ਰਤੀ ਦਿਨ ਵੱਡਾ ਹੋਵੇ, ਦਾ ਸਰੀਰ ਵਾਧੇ ਵਿੱਚ ਪਵੇ। ਲਗਨ ਜੋਤ ਕੀ ਲਿਖ ਲੈ ਗਇਓ। ਸੋ ਇਸ ਤਰ੍ਹਾਂ ਮਾਤਾ ਨਾਨਕੀ ਜੀ ਸਾਧ ਸੰਗਤ ਜੀ ਅਰਦਾਸਾਂ ਬੇਨਤੀਆਂ ਕਰਦੇ ਨੇ।
ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੱਗੇ। ਉਧਰ ਜਿਹੜਾ ਉਹ ਜੋਤਸ਼ੀ ਵਿਦਵਾਨ ਆਇਆ ਸੀ, ਜਿਹਨੂੰ ਵਿਦਿਆ ਦਾ ਗਿਆਨ ਤੇ ਉਹ ਲਗਨ ਦਾ ਸਮਾਂ, ਜਿਸ ਵੇਲੇ ਮਹਾਰਾਜ ਸਾਹਿਬ ਜੀ ਦਾ ਆਗਮਨ ਹੋਇਆ, ਉਹ ਲਿਖ ਕੇ ਲੈ ਗਿਆ ਸੀ ਸਾਰਾ ਕੁਝ ਜਨਮ ਪੱਤਰੀ ਬਣਾਉਣ ਵਾਸਤੇ। ਬਹੁ ਦਿਨ ਭਲੇ ਵਿਚਾਰਤ ਭਇਓ। ਘਰੇ ਜਾ ਕੇ ਬਹੁਤ ਦਿਨ ਆਪਣੀ ਵਿਦਿਆ ਦੇ ਹਿਸਾਬ ਨਾਲ ਸੋਚਾਂ ਵਿਚਾਰਾਂ ਕਰਦਾ ਰਿਹਾ ਵੀ ਇਹਨਾਂ ਦੀ ਜਨਮ ਪੱਤਰੀ ਕੈਸੀ ਬਣਾਵਾਂ। ਲਿਖੀ ਜਨਮ ਪੱਤਰੀ ਗਿਨ ਸੋਧ। ਚੰਗੀ ਤਰ੍ਹਾਂ ਗਿਣਤੀਆਂ ਮਿਣਤੀਆਂ ਕਰਕੇ ਤੇ ਸੋਧ ਕਰਕੇ ਜਨਮ ਪੱਤਰੀ ਲਿਖੀ ਮਹਾਰਾਜ ਸਾਹਿਬ ਦੀ। ਜਿਸ ਕੇ ਔਰ ਗ੍ਰਹਿ ਰਾਸ਼ੀ ਬੋਧ। ਜਿਸ ਵਿਦਵਾਨ ਨੂੰ 9 ਗ੍ਰਹਿਾਂ ਤੇ 12 ਰਾਸ਼ੀਆਂ ਦਾ ਕਹਿੰਦੇ ਚੰਗੀ ਤਰ੍ਹਾਂ ਬੋਧ ਗਿਆਨ ਹੈ, ਭਾਵ ਕਿ ਗ੍ਰਹਿਾਂ ਦੀ ਚਾਲ ਨੂੰ ਚੰਗੀ ਤਰ੍ਹਾਂ ਜੋ ਸਮਝਦਾ ਏ। ਕਿਤਕ ਦਿਵਸ ਮਹਿ ਬਹੁਰ ਬੁਲਾਇਓ। ਕਈ ਦਿਨ ਜਦੋਂ ਲੰਘ ਗਏ ਤਾਂ ਕਿਉਂਕਿ ਜਨਮ ਪੱਤਰੀ ਜਿਹੜੀ ਹੈ ਨਾ, ਉਹਦਾ ਇਹ ਲਾਭ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵੀ ਲਿਖਾਉਣ ਦਾ ਹੋਇਆ ਤੇ 10ਵੇਂ ਪਾਤਸ਼ਾਹ ਦਾ ਵੀ। ਉਹਨਾਂ ਦੇ ਜੋ ਪ੍ਰਕਾਸ਼ ਦਿਹਾੜੇ ਦਾ ਸਮਾਂ ਹੈ ਨਾ, ਜਿਵੇਂ ਆਪਾਂ ਹੁਣ ਕਹਿ ਦਿੰਦੇ ਆ ਵੀ ਇਸ ਵਾਰ ਇੰਨੇ ਸਮੇਂ ਇੰਨੀ ਤਰੀਕ ਇਸ ਸਾਲ, ਇਹ ਸਾਰਾ ਕੁਝ ਉਦੋਂ ਉਹ ਲਿਖਤ ਹੋ ਗਈ, ਇਸੇ ਕਰਕੇ ਸਾਨੂੰ ਇਹ ਪਤਾ ਲੱਗਦਾ। ਤੇ ਜੇ ਉਹ ਲਿਖਤ ਨਾ ਹੁੰਦੀ ਫਿਰ ਪਤਾ ਨਹੀਂ ਸੀ ਲੱਗਣਾ। ਤੇ ਮਾਤਾ ਜੀ ਨੇ ਫੇਰ ਬੁਲਾਇਆ ਵੀ ਉਹ ਆਇਆ ਨਹੀਂ ਹੈ, ਤਾਂ ਮਾਤਾ ਜੀ ਦੇ ਸੁਨੇਹੇ ਤੇ ਚੱਲ ਕੇ ਵਿਦਵਾਨ ਪਹੁੰਚ ਗਿਆ ਗੁਰੂ ਸਾਹਿਬ ਦੇ ਘਰ ਦੇ ਵਿੱਚ। ਮਾਤ ਨਾਨਕੀ ਨਿਕਟ ਬਿਠਾਇਓ। ਆ ਕੇ ਮਾਤਾ ਨਾਨਕੀ ਜੀ ਦੇ ਕੋਲ ਉਹਨੇ ਨਮਸਕਾਰ ਕੀਤੀ ਹੈ, ਉੱਚੇ ਥਾਂ ਤੇ ਬਿਠਾ ਲਿਆ ਵਿਦਵਾਨ ਜੋਤਸ਼ੀ। ਪਾਦ ਕਿਰਪਾਲ ਮਹਾਮਤਵੰਤੇ। ਬਾਬਾ ਕਿਰਪਾਲ ਚੰਦ ਤੇ ਹੋਰ ਵੀ ਸਿਆਣੇ ਸਿਆਣੇ ਗੁਰਸਿੱਖ ਬੈਠ ਗਏ ਨੇੜੇ। ਬੈਠੇ ਆਨ ਸਮੂਹ ਸੁਨੰਤੇ। ਸਾਰੇ ਬਹਿ ਕੇ ਸੁਣ ਰਹੇ ਹਨ। ਮਾਤਾ ਖੁਸ਼ ਹੁੰਦੀ ਆ ਵੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਇਹ ਵਿਦਵਾਨ ਵੀ ਉਹੋ ਜੀਆਂ ਗੱਲਾਂ ਦੱਸਦਾ ਏ। ਪੋਖ ਮਾਸ ਕੋ ਪਖ ਸੁਕਲ ਹੈ। ਪੋਖ ਮਾਸ ਕੋ ਪਖ ਸੁਕਲ ਹੈ, ਕਹਿੰਦੇ ਪੋਹ ਮਹੀਨੇ ਦਾ ਚਾਨਣਾ ਪੱਖ ਹੈ। ਸਪਤਮ ਥਿਤ ਕੋ ਸਮੈ ਸੁਕਲ ਹੈ। ਤੇ ਪੋਹ ਮਹੀਨੇ ਦੀ 7ਵੀਂ ਥਿਤ ਹੈ, ਭਾਵ ਪੋਹ ਸੁਦੀ 7ਵੀਂ ਚਾਨਣੇ ਦਾ ਪੱਖ ਕਹਿੰਦੇ ਨੇ। ਮੱਸਿਆ ਤੋਂ ਬਾਅਦ ਵਾਲਾ ਜਿਹੜਾ ਸਮਾਂ ਹੁੰਦਾ ਏ, ਮੱਸਿਆ ਤੋਂ 7ਵਾਂ ਦਿਨ, ਕਈ ਵਾਰ 8ਵਾਂ ਵੀ ਆ ਜਾਂਦਾ, ਉਹਨੂੰ ਕਹਿੰਦੇ ਨੇ ਪੋਹ ਸੁਦੀ 7ਵੀਂ। ਚਾਨਣੇ ਦਾ ਪੱਖ ਬੜਾ ਸੋਹਣਾ ਆਨੰਦ ਦੇ ਦੇਣ ਵਾਲਾ ਹੈ। ਆਦਿਤਵਾਰ ਜਾਮਨੀ ਜਾਮੋ। ਪਹਿਰ ਰਾਤ ਰਹਿੰਦੀ ਤੋਂ 3 ਘੰਟੇ ਰਾਤ ਰਹਿੰਦੀ ਤੋਂ ਐਤਵਾਰ ਵਾਲੇ ਦਿਨ। ਭਇਓ ਜਨਮ ਬਾਲਕ ਬਲ ਧਾਮੂ। ਬਹੁਤ ਵੱਡੀ ਤਾਕਤ ਦਾ ਘਰ ਹੀ ਹੈ ਜਿਹੜਾ ਇਹ ਬਾਲਕ, ਜਿਸ ਦਾ ਜਨਮ ਹੋਇਆ। ਸੋਹਣਾ ਸਮਾਂ ਹੈ, ਪੋਹ ਸੁਦੀ 7ਵੀਂ ਨੂੰ ਪਹਿਰ ਰਾਤ ਰਹਿੰਦੇ ਆ ਐਤਵਾਰ ਵਾਲੇ ਦਿਨ। ਪਰੇ ਲਗਨ ਮੈਂ ਗ੍ਰਹਿ ਦੇ ਮੰਗਲ। ਤੇ ਵਿਦਵਾਨ ਕਹਿੰਦਾ ਮਾਤਾ ਜੀ ਬੜਾ ਹੀ ਸੋਹਣਾ ਸਮਾਂ ਬਣ ਗਿਆ ਹੈ। ਪਰੇ ਲਗਨ ਮੈਂ ਗ੍ਰਹਿ ਦੇ ਮੰਗਲ, ਜਿਹੜੇ 9 ਗ੍ਰਹਿ ਕਿਸੇ ਦੇ ਇਕੱਠੇ ਹੁੰਦੇ ਹੀ ਨਹੀਂ ਹੈ, ਇਹ ਸਾਰੇ ਹੀ ਕਹਿੰਦੇ ਵੀ ਖੁਸ਼ੀਆਂ ਦੇਣ ਵਾਲੇ ਇਕੱਠੇ ਹੀ ਹੋਏ ਪਏ ਹਨ ਇਹਨਾਂ ਦੇ ਲਗਨ ਵਿੱਚ, ਜਨਮ ਦੇ ਸਮੇਂ 'ਚ। ਉੱਚ ਕੇ ਸੂਰਜ ਸ਼ਨ ਕਵ ਮੰਗਲ। ਉੱਚ ਕੇ ਸੂਰਜ ਸ਼ਨ ਕਵ ਮੰਗਲ। ਤੇ ਫਿਰ ਕਹਿੰਦੇ ਉੱਚੇ ਥਾਂ ਤੇ ਸੂਰਜ ਵੀ ਉੱਚੇ ਥਾਂ ਤੇ ਆਇਆ, ਸ਼ਨੀ ਵੀ ਅਤੇ ਸ਼ੁਕਰ ਤੇ ਮੰਗਲ ਆਦਿਕ ਜਿਹੜੇ ਗ੍ਰਹਿ ਸਾਰੇ ਉੱਚੇ ਥਾਂ ਤੇ ਚੰਗੇ ਮੰਨੇ ਜਾਂਦੇ ਹਨ। ਲਾਭ ਸਥਾਨ ਆਏ ਗ੍ਰਹਿ ਆਸ਼ੇ। ਇਹ ਲਾਭ ਵਾਲੇ ਸਥਾਨ ਤੇ ਸਾਰੇ ਗ੍ਰਹਿ ਆਏ ਹਨ। ਪੂਰਨ ਦ੍ਰਿਸ਼ਟ ਬਲੋਕਤ ਬਾਂਛੇ। ਇਸ ਤੁਕ ਵਿੱਚ ਕਵੀ ਜੀ ਨੇ ਸਾਰਾ ਹੀ ਨਿਰਣਾ ਕਰਤਾ, ਕਿਉਂਕਿ ਜੋਤਸ਼ੀ ਦਾ ਨਾਮ ਸੁਣ ਕੇ, ਗ੍ਰਹਿਾਂ ਦਾ ਨਾਮ ਸੁਣ ਕੇ ਸਾਡੇ ਮਨ 'ਚ ਹੋਊ ਖਿਆਲ ਵੀ ਮਹਾਰਾਜ ਸਾਹਿਬ ਜੀ ਦੇ ਇਹ ਚੀਜ਼ਾਂ ਤੋਂ ਤਾਂ ਸਾਨੂੰ ਵਰਜਿਆ ਹੈ। ਇਹ ਲਗਨ, ਇਹ ਕੁੰਡਲੀਆਂ, ਇਹ ਗ੍ਰਹਿ ਵੀ ਇਹਨਾਂ ਦੀ ਕੁੰਡਲਨੀ ਦੇ ਵਿੱਚ ਸਾਰੇ ਹੀ ਚੰਗੇ ਲਗਨ ਹਨ। ਗ੍ਰਹਿ ਸੂਰਜ ਸਾਰੇ ਹੀ ਜਿਹੜੇ ਨੇ ਉੱਚੇ ਥਾਂ ਤੇ ਨੇ। ਉਹ ਭਾਈ ਸੰਤੋਖ ਸਿੰਘ ਜੀ ਨੇ ਜਣਾਇਆ ਵੀ ਜਿਹੜਾ ਸੂਰਜ ਹੈ ਜਾਂ ਜਿਹੜੇ ਸ਼ਨੀ ਆਦਿਕ 9 ਗ੍ਰਹਿ ਨੇ, ਜਿਨ੍ਹਾਂ ਨੂੰ ਲੋਕ ਮਨਾਉਂਦੇ ਫਿਰਦੇ ਨੇ, ਪੂਜਦੇ ਫਿਰਦੇ ਨੇ ਵੀ ਇਹ ਸਾਡੇ ਚੰਗੇ ਬਣ ਜਾਣ, ਇਹ ਸਾਰੇ ਹੀ ਮਹਾਰਾਜ ਸਾਹਿਬ ਦੇ ਆਗਮਨ ਦੇ ਸਮੇਂ ਹਾਜ਼ਰ ਹੋਏ ਨੇ। ਕਿਉਂਕਿ ਸਤਿਗੁਰਾਂ ਦੇ ਸੇਵਕ ਹਨ, ਜਿਨ੍ਹਾਂ ਨੂੰ ਲੋਕ ਮੰਨਦੇ ਪੂਜਦੇ ਨੇ, ਉਹ ਗੁਰੂ ਨੂੰ ਮਨਾਉਂਦੇ ਪੂਜਦੇ ਹਨ। ਕਾਹਦੇ ਵਾਸਤੇ? ਪੂਰਨ ਦ੍ਰਿਸ਼ਟ ਬਲੋਕਤ ਬਾਂਛੇ। ਕਹਿੰਦੇ ਵੀ ਚਾਹੁੰਦੇ ਹਨ ਵੀ ਗੁਰੂ ਕਲਗੀਧਰ ਸਾਹਿਬ ਜੀ ਦੀ ਪੂਰਨ ਦ੍ਰਿਸ਼ਟੀ ਸਾਡੇ ਤੇ ਵੀ ਪੈ ਜਾਵੇ, ਵੀ ਸਾਡੇ ਤੇ ਵੀ ਮਹਾਰਾਜ ਕਿਰਪਾ ਕਰਨ। ਸੂਰਜ ਅੱਡ ਚਾਹੁੰਦਾ ਹੈ ਵੀ ਮਹਾਰਾਜ ਕਿਰਪਾ ਕਰ ਦਿਓ ਮੇਰੇ ਤੇ। ਸ਼ਨੀ ਵੱਖਰੀਆਂ ਬੇਨਤੀਆਂ ਕਰੀ ਜਾ ਰਿਹਾ, ਸ਼ੁਕਰ ਮੰਗਲ, ਇਹ ਤਾਂ 9 ਦੇ 9 ਗ੍ਰਹਿ ਜਿਹੜੇ ਹਨ
ਇਹ ਕਲਗੀਧਰ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਮਾਨੋ ਵੀ ਸਾਰੇ ਹੀ ਉੱਚੇ ਥਾਂ ਤੇ ਆ ਕੇ ਗੁਰੂ ਸਾਹਿਬ ਵੱਲ ਦਇਆ ਦ੍ਰਿਸ਼ਟੀ ਵਾਸਤੇ ਤੱਕ ਰਹੇ ਨੇ। ਸੋ ਇਸ ਕਰਕੇ ਕਵੀ ਜੀ ਨੇ ਕੁਝ ਜੋਤਿਸ਼ ਵਿਦਿਆ ਦੇ ਮਾਹਰ ਵੀ ਸਨ, ਆਪ ਵੀ ਵਿਦਿਆ ਪੜ੍ਹੀ ਇਹਨਾਂ ਨੇ, ਤੇ ਦੂਸਰਾ ਗੁਰੂ ਕਲਗੀਧਰ ਸਾਹਿਬ ਜੀ ਨੂੰ ਇਹਨਾਂ ਚੀਜ਼ਾਂ ਤੋਂ ਉੱਚਿਆਂ ਜਣਾਉਣ ਵਾਸਤੇ ਇਹ ਜ਼ਿਕਰ ਕਰ ਰਹੇ ਨੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਆਸ-ਪਾਸ ਰਹਿਣ ਵਾਲੇ ਲੋਕ ਉਹ ਸਨਾਤਨ ਧਰਮ ਦੇ ਹੁੰਦੇ ਸਨ, ਤੇ ਉਹ ਇਹ ਗ੍ਰਹਿਾਂ ਨੂੰ, ਕੁੰਡਲੀ ਨੂੰ, ਪੱਤਰੀ ਨੂੰ, ਲਗਨ ਨੂੰ ਜਿਹੜਾ ਸੀ ਇਹਨਾਂ ਚੀਜ਼ਾਂ ਨੂੰ ਮੰਨਦੇ ਸਨ। ਤੇ ਕਵੀ ਜੀ ਨੇ ਇਹ ਜਣਾਉਣ ਵਾਸਤੇ ਵੀ ਸਾਡੇ ਪਾਤਸ਼ਾਹ ਪਰਮੇਸ਼ਰ ਦਾ ਆਗਮਨ ਜੋ ਹੋਇਆ ਦਸਵੇਂ ਸਤਿਗੁਰਾਂ ਦਾ, ਵੀ ਸਤਿਗੁਰੂ ਸਾਹਿਬ ਜੀ ਦੇ ਆਗਮਨ ਸਮੇਂ ਜਿਨ੍ਹਾਂ ਨੂੰ ਤੁਸੀਂ ਚੰਗੇ ਤੋਂ ਚੰਗਾ ਸਮਾਂ ਮੰਨਦੇ ਹੋ, ਸਾਰੇ ਹੀ ਸਮੇਂ, ਲਗਨ, ਕੁੰਡਲੀਆਂ, ਗ੍ਰਹਿ, ਨਛੱਤਰ ਸਾਰੇ ਹੀ ਕਹਿੰਦੇ ਵੀ ਉਸ ਥਾਂ ਤੇ ਸਨ ਜਿਹਨੂੰ ਸ਼ੁਭ ਮੰਨਿਆ ਜਾਂਦਾ, ਭਾਵ ਕਿ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ। ਤੇ ਪਿਛਲੇ ਪ੍ਰਸੰਗ 'ਚ ਕੱਲ੍ਹ ਇਹ ਗੱਲ ਆ ਹੀ ਗਈ ਨਾ, ਜੋਤਸ਼ੀ ਵੀ ਵੇਖ ਕੇ ਹੈਰਾਨ ਹੋ ਗਿਆ ਵੀ ਬੜੇ ਬੜੇ ਮੈਂ ਅਵਤਾਰਾਂ ਦੀ ਕਥਾ ਹੋਰ ਮੈਂ ਕਹਿੰਦਾ ਸੁਣਿਆ ਪੜ੍ਹਿਆ, ਪਰ ਇੰਨਾ ਸ਼ੁਭ ਸਮਾਂ ਦੇ ਕਦੀ ਵੀ ਨਹੀਂ ਹੁੰਦਾ ਜਿਹੜੇ ਸ਼ੁਭ ਸਮੇਂ 'ਚ ਇਸ ਬਾਲਕ ਦਾ ਆਗਮਨ ਹੋਇਆ ਹੈ। ਭਾਵ ਹੈ ਗੁਰੂ ਕਲਗੀਧਰ ਸਾਹਿਬ ਦੇ ਆਉਣ ਕਰਕੇ ਸਾਰਾ ਕੁਝ ਹੀ ਚੰਗਾ ਹੈ, ਪਵਿੱਤਰ ਹੀ ਪਵਿੱਤਰ ਹੈ। ਗੱਲ ਜਿਹੜੀ ਧਿਆਨ 'ਚ ਲਿਆਉਣੀ, ਨੋਟ ਕਰਨੀ, ਉਹ ਇਹ ਕਰਨੀ ਹੈ ਵੀ ਜਿਹੜੇ ਗ੍ਰਹਿ ਆਦਿਕ ਨੇ ਇਹ ਵੀ ਸਾਡੇ ਗੁਰੂ ਦੇ ਦਾਸ ਨੇ, ਸੇਵਕ ਨੇ, ਤੇ ਇਸ ਕਰਕੇ ਆਪਾਂ ਨੂੰ ਕੱਲੇ ਕੱਲੇ ਗ੍ਰਹਿ ਮਨਾਉਣ ਦੀ ਇਹਨਾਂ ਨੂੰ ਕੀ ਲੋੜ ਹੈ। ਅਸੀਂ ਆਪਣੇ ਗੁਰੂ ਅੱਗੇ ਹੀ ਬੇਨਤੀ ਕਰ ਦਈਏ, ਉਹ ਤਾਂ ਹੱਥ ਜੋੜ ਕੇ ਖਲੋਤੇ ਆ, ਮਹਾਰਾਜ ਜੋ ਸੇਵਾ ਹੋਵੇ ਦੱਸੋ। ਤੇ ਜਦੋਂ ਗੁਰੂ ਸਾਹਿਬ ਦੀ ਸ਼ਰਨ ਪੈ ਜਾਈਏ, ਜਦੋਂ ਪਾਤਸ਼ਾਹ ਦੀ ਸ਼ਰਨ ਪੈ ਜਾਈਏ, ਜਿਹੜੇ ਉਹਦੇ ਨੌਕਰ ਹੁੰਦੇ ਉਹ ਤਾਂ ਆਪੇ ਹੀ ਭੱਜੇ ਫਿਰਦੇ ਨੇ ਫਿਰ ਆਏ ਗਏ ਤੇ। ਇਸ ਕਰਕੇ ਸਾਰੇ ਹੀ ਗ੍ਰਹਿ ਜਿਹੜੇ ਨੇ, ਸੂਰਜ ਇਹ ਉੱਚ ਦੇ ਘਰ ਵਿੱਚ ਆਏ ਨੇ, ਲਾਭ ਸਥਾਨ ਵਿੱਚ ਜੋਤਸ਼ੀ ਕਹਿੰਦਾ ਆਏ ਨੇ, ਤੇ ਕਾਹਦੇ ਵਾਸਤੇ ਚਾਹੁੰਦੇ ਨੇ ਵੀ ਸਾਡੇ ਤੇ ਵੀ ਗੁਰੂ ਕਲਗੀਧਰ ਮਹਾਰਾਜ ਦੀ ਦਇਆ ਦ੍ਰਿਸ਼ਟੀ ਹੋ ਜਾਵੇ। ਜਨਮ ਕੁੰਡਲੀ ਜਿਵੇਂ ਅਵਤਾਰਨ, ਤੇ ਉਹ ਵਿਦਵਾਨ ਕਹਿੰਦਾ ਮਾਤਾ ਜੀ ਜਿਵੇਂ ਅਵਤਾਰਾਂ ਦੀਆਂ ਜਨਮ ਕੁੰਡਲੀਆਂ ਮੈਂ ਵੇਖੀਆਂ ਹਨ, ਤਿਮ ਲਖੀਅਤ ਪ੍ਰਤਾਪ ਵੱਡ ਕਾਰਨ, ਉਸੇ ਤਰ੍ਹਾਂ ਇਹ ਬੜੇ ਵੱਡੇ ਪ੍ਰਤਾਪ ਦੇ ਕਰਨ ਵਾਲੇ ਨੇ, ਇਹਨਾਂ ਦਾ ਤੇ ਬਹੁਤਾ ਹੀ ਤੇਜ ਪ੍ਰਤਾਪ ਹੋਵੇਗਾ। ਐਸ਼ਵਰਜ ਵਧਹਿ ਅਨੇਕ ਪ੍ਰਕਾਰਾ, ਇਹ ਤੁਹਾਡਾ ਸਾਹਿਬਜ਼ਾਦਾ ਜਿਹੜਾ ਹੈ ਇਹਦੇ ਕਰਕੇ ਬੜੇ ਪਦਾਰਥ, ਬਹੁਤੀ ਮਾਇਆ, ਬੜੇ ਐਸ਼ਵਰਜ ਵਧਣਗੇ। ਜਿਸ ਕੋ ਪਈਅਤ ਨਹੀਂ ਸ਼ੁਮਾਰਾ, ਜਿਹਦਾ ਕੋਈ ਸ਼ੁਮਾਰ ਹੀ ਨਹੀਂ, ਕੋਈ ਅੰਤ ਹੀ ਨਹੀਂ ਪਾਇਆ ਜਾਵੇਗਾ। ਇੰਨੀਆਂ ਵਸਤੂਆਂ ਪਦਾਰਥ ਹੋਣਗੇ ਇਹਨਾਂ ਦੇ ਚਰਨਾਂ ਵਿੱਚ। ਸਿੰਧ ਮੇਖਲਾ ਅਵਨੀ ਜੇਤੇ, ਗੱਲ ਕੀ ਆ ਵੀ ਸਮੁੰਦਰ ਦੇ ਆਲੇ ਦੁਆਲੇ ਜਿਹੜੀ ਮੇਖਲੀ ਤੜਾਗੀ ਹੈ ਨਾ, ਭਾਵ ਕਿ ਜਿੰਨੀ ਵੀ ਧਰਤੀ ਹੈ, ਜਿੰਨਾ ਵੀ ਸੰਸਾਰ ਬ੍ਰਹਮਾਂਡ ਹੈ, ਜਸ ਪ੍ਰਤਾਪ ਤੇ ਪੂਰਹਿ ਤੇਤੇ, ਇਹਨਾਂ ਦਾ ਜਸ ਤੇ ਇਹਨਾਂ ਦਾ ਪ੍ਰਤਾਪ ਉਹ ਸਾਰੇ ਥਾਵਾਂ ਤੇ ਫੈਲ ਜਾਏਗਾ। ਇਹ ਆਪਣੇ ਜਸ ਤੇ ਪ੍ਰਤਾਪ ਦੇ ਨਾਲ ਸਾਰੀ ਧਰਤੀ ਨੂੰ ਪੂਰ ਦੇਣਗੇ, ਹਰ ਥਾਂ ਤੇ ਇਹਨਾਂ ਦੀ ਵਡਿਆਈ ਹੋਵੇਗੀ। ਰਾਮਚੰਦ ਮਾ ਨਿੰਦੈ ਯੋਧਾ, ਹੁਣ ਵਿਦਵਾਨ ਜਿਹੜਾ ਸੀ ਇਹ ਹਿੰਦੂਆਂ ਚੋਂ ਸੀ, ਤੇ ਇਹਨਾਂ ਵਾਸਤੇ ਸਭ ਤੋਂ ਵੱਡੇ ਰਾਮਚੰਦਰ ਤੇ ਕ੍ਰਿਸ਼ਨ ਜੀ ਹੀ ਹਨ। ਤੇ ਉਹਨਾਂ ਜਦੋਂ ਵਡਿਆਈ ਕਿਸੇ ਨੂੰ ਦੇਣੀ, ਵੇਖੋ ਆਪਣੇ ਸਭ ਤੋਂ ਵੱਡੇ ਅਵਤਾਰਾਂ ਨਾਲ ਹੀ ਵਡਿਆਈ ਦੇ ਰਹੇ, ਉਹ 'ਚ ਮਾੜਾ ਤਾਂ ਨਹੀਂ ਕੁਝ, ਕਿਉਂਕਿ ਉਹਨਾਂ ਦੀ ਸਮਝ ਉੱਥੋਂ ਤੀਕਰ ਹੈ। ਇਹ ਤਾਂ ਮਹਾਰਾਜ ਸਾਹਿਬ ਦੀ ਬਾਣੀ ਪੜ੍ਹ ਕੇ, ਇਤਿਹਾਸ ਪੜ੍ਹ ਕੇ ਸਾਨੂੰ ਪਤਾ ਹੈ ਨਾ ਵੀ ਅਵਤਾਰਾਂ ਤੋਂ ਵੀ ਸਤਿਗੁਰੂ ਉੱਚੇ ਹਨ। ਵਿਦਵਾਨ ਉਹ ਪੰਡਤ ਕਹਿੰਦਾ ਵੀ ਮਾਤਾ ਜੀ ਰਾਮਚੰਦਰ ਦੇ ਵਾਂਗ ਇਹ ਮਰਿਆਦਾ ਪੁਰਸ਼ੋਤਮ ਵੱਡੇ ਯੋਧੇ ਹੋਣਗੇ ਤੁਹਾਡੇ ਸਾਹਿਬਜ਼ਾਦੇ ਪੁੱਤਰੇ। ਕ੍ਰਿਸ਼ਨ ਸਮਾਨ ਰਿਪਨ ਪਰ ਕ੍ਰੋਧਾ, ਤੇ ਕ੍ਰਿਸ਼ਨ ਵਾਂਗ ਵੈਰੀਆਂ ਦੇ ਉੱਤੇ ਕ੍ਰੋਧ ਕਰਕੇ ਜੰਗ ਦੇ ਵਿੱਚ ਨਾਸ਼ ਕਰਨਗੇ, ਜਿਵੇਂ ਕ੍ਰਿਸ਼ਨ ਨੇ ਕੰਸਾਦਿਕ ਮਾਰੇ ਹਨ। ਜਿਮ ਬਲ ਸ਼ਲਬੇ ਬਾਵਨ ਭਇਓ, ਤੇ ਸਰੀਰ ਇਹਨਾਂ ਦਾ ਕਹਿੰਦੇ ਐਵੇਂ ਵਧੇਗਾ ਵੀ ਜਿਵੇਂ ਪਰਮੇਸ਼ਰ ਨੇ ਬਲ ਰਾਜੇ ਨੂੰ ਛਲਣ ਲਈ, ਉਹਦਾ ਹੰਕਾਰ ਦੂਰ ਕਰਨ ਦੇ ਵਾਸਤੇ ਬਾਉਣਾ ਅਵਤਾਰ ਧਾਰਨ ਕੀਤਾ ਸੀ। ਤਨ ਕੋ ਤਨ ਕੇ ਆਪਨੋ ਕੀਓ, ਤੇ ਤਨਕ ਮਾਤਰ ਭਾਵ ਬਾਉਣਾ ਜਿਹਾ ਥੋੜਾ ਜਿਹਾ ਆਪਣਾ ਸਰੀਰ ਬਣਾ ਕੇ ਬਲ ਰਾਜੇ ਨੂੰ ਛਲਣ ਦੇ ਲਈ ਜਿਵੇਂ ਪਰਮੇਸ਼ਰ ਆਇਆ। ਬਹੁਰ ਵਧਾਇਓ ਬਪੁਖ ਬਿਲੰਦ, ਤੇ ਜਿਸ ਵੇਲੇ ਫਿਰ ਰਾਜਾ ਉਹ ਮੰਨ ਗਿਆ ਵੀ ਮੈਂ ਜੋ ਤੁਸੀਂ ਕਰਮਾਂ ਨਾਲ 2.5 ਕਰਮਾਂ ਨਾਲ ਮਿਲ ਲਓ, ਜਿੰਨੀ ਧਰਤੀ ਮੈਂ ਦੇ ਦਿਆਂਗਾ, ਤਾਂ ਉਸ ਵੇਲੇ ਫਿਰ ਉਹ 52 ਅਵਤਾਰ ਨੇ ਬਹੁਰ ਵਧਾਇਓ ਬਪੁਖ ਬੁਲੰਦ, ਆਪਣਾ ਸਰੀਰ ਬਹੁਤਾ ਹੀ ਕਹਿੰਦੇ ਵੱਡਾ ਕਰ ਲਿਆ,
ਆਕਾਸ਼ ਤੋਂ ਵੀ ਉੱਪਰ ਕਹਿੰਦੇ ਸਰੀਰ ਉਹਨਾਂ ਦਾ ਚਲੇ ਗਿਆ। ਅਪਰ ਨਾ ਕੋ ਭਾਜੇ ਸਮਾਨਿੰਦ। ਜਿਸ ਬਾਵਨ ਅਵਤਾਰ ਦੇ ਵਰਗਾ ਹੋਰ ਕੋਈ ਦੂਸਰਾ ਹੋਇਆ ਹੀ ਨਹੀਂ। ਪਹਿਲਾਂ ਬਾਉਣਾ ਜਿਹਾ ਅਵਤਾਰ ਵਿਖਾਤਾ, ਛੋਟਾ ਜਿਹਾ ਸਰੀਰ, ਤੇ ਜਦੋਂ ਫਿਰ ਉਸ ਬਲ ਰਾਜੇ ਨੂੰ ਛਲ ਲਿਆ, ਉਹਦਾ ਅੰਤ ਕਰਨ ਦੇ ਲਈ ਬਹੁਤ ਵੱਡੀ ਦੇਹ ਬਣਾ ਲਈ, ਜਿਹਦੇ ਵਰਗੀ ਦੇਹ ਕਿਸੇ ਦੂਸਰੇ ਦੀ ਨਹੀਂ ਹੋਈ। ਤਿਮ ਲਗ ਐਸ਼ਵਰਜ ਅਬੈ ਪ੍ਰਤਾਪੂ। ਉਸੇ ਪ੍ਰਕਾਰ ਵਿਦਵਾਨ ਕਹਿੰਦਾ ਜਿਵੇਂ ਉਹਨਾਂ ਦਾ ਪਹਿਲਾਂ ਸਰੀਰ ਛੋਟਾ ਸੀ ਤੇ ਬਾਅਦ ਵਿੱਚ ਸਰੀਰ ਵੱਡਾ ਕਰ ਲਿਆ ਬਾਵਨ ਅਵਤਾਰ ਨੇ, ਐਵੇਂ ਹੀ ਤਿਮ ਲਗ ਐਸ਼ਵਰਜ ਅਬੈ ਪ੍ਰਤਾਪੂ। ਹੈ ਮਾਤਾ ਨਾਨਕੀ ਜੀ, ਇਹ ਤੁਹਾਡੇ ਪੋਤਰੇ ਦਾ ਹੁਣ ਜਿਹੜਾ ਐਸ਼ਵਰਜ ਹੈ, ਜੋ ਵੀ ਪਦਾਰਥ ਸਾਜੋ ਸਮਾਨ ਤੇ ਜੋ ਪ੍ਰਤਾਪ ਹੈ ਨਾ, ਇਹ ਹਾਲਾਂ ਥੋੜਾ ਹੀ ਹੈ, ਛੋਟਾ ਹੀ ਪ੍ਰਤੀਤ ਹੁੰਦਾ ਏ। ਜਬੈ ਸੰਭਾਰੈ ਆਪਨੋ ਆਪੂ। ਪਰ ਜਦੋਂ ਇਹ ਆਪਣੇ ਆਪ ਦੀ ਸੰਭਾਲ ਕਰਨਗੇ, ਜਦੋਂ ਇਹਨਾਂ ਨੂੰ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਹੋਸ਼ ਆ ਜਾਵੇਗੀ, ਤਤ ਛਿਨ ਦੋਨੋਂ ਕੋ ਬਿਰਧਾਵੈ। ਤੇ ਕਹਿੰਦੇ ਝਾਟੀ ਫਿਰ ਇਹ ਦੋਵਾਂ ਨੂੰ ਹੀ ਵਧਾ ਲੈਣਗੇ, ਐਸ਼ਵਰਜ ਵੀ ਅਤੇ ਤੇਜ ਪ੍ਰਤਾਪ ਵੀ। ਜਿਵੇਂ ਬਾਮਣ ਅਵਤਾਰ ਨੇ ਆਪਣਾ ਸਰੀਰ ਵਧਾ ਲਿਆ, ਐਵੇਂ ਤੁਹਾਡਾ ਸਾਹਿਬਜ਼ਾਦਾ ਪੋਤਰਾ ਆਪਣਾ ਪ੍ਰਤਾਪ ਦੇ ਜਸ ਵਧਾਵੇਗਾ ਸੰਸਾਰ ਵਿੱਚ। ਜਿਵੇਂ ਬਾਵਨ ਅਵਤਾਰ ਵਰਗਾ ਵੱਡਾ ਸਰੀਰ ਕਿਸੇ ਦਾ ਨਹੀਂ ਹੋਇਆ, ਐਵੇਂ ਇਹਨਾਂ ਵਰਗਾ ਪ੍ਰਤਾਪ ਕਿਸੇ ਹੋਰ ਦੂਜੇ ਦਾ ਨਹੀਂ ਹੋਵੇਗਾ। ਜਿਸ ਕੋ ਪਾਰ ਨਹੀਂ ਕੋ ਪਾਵੈ। ਜਿਸ ਤੇਜ ਪ੍ਰਤਾਪ ਦਾ ਕੋਈ ਵੀ ਪਾਰਾਵਾਰ ਨਹੀਂ ਪਾ ਸਕੂਗਾ, ਕੋਈ ਵੀ ਉਹਨਾਂ ਦੇ ਤੇਜ ਅੱਗੇ ਠਹਿਰੇਗਾ ਨਹੀਂ। ਇਤਿਆਦਿਕ ਸ਼ੁਭ ਗੁਣ ਸਮੁਦਾਏ। ਇਤਿਆਦਿਕ ਜਿੰਨੇ ਵੀ ਸ਼ੁਭ ਗੁਣ ਹੁੰਦੇ ਹਨ, ਮਾਤਾ ਜੀ ਸੁਣ ਕੇ ਵਿਦਵਾਨ ਪਾਸੋਂ ਗਿਣਤੀ ਕਾਰ ਜੋਤਸ਼ੀ ਬਤਾਏ। ਆਜੋ ਚੰਗੀ ਤਰ੍ਹਾਂ ਨੇ ਆਪਣੀ ਵਿਦਿਆ ਨਾਲ ਵਿਚਾਰ ਕਰਕੇ ਦੱਸਿਆ, ਤਾਂ ਮਹਾਰਾਜ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਗੁਣ ਇਹ ਕਹਿ ਸਕਿਆ ਵੱਧ ਤੋਂ ਵੱਧ ਕਹੇ ਹਨ। ਭਾਵ ਆਤਮਿਕ ਸ਼ਕਤੀ ਮਹਾਰਾਜ ਦਾ ਉਹ ਧੁਰੋਂ ਆਇਆ ਸਰੂਪ ਤਾਂ ਕੀ ਦੱਸ ਸਕਦਾ ਸੀ, ਸਰੀਰ ਦੇ ਲੱਛਣ ਜਿੰਨੇ ਵੀ ਸਨ ਉਹ ਚੰਗੇ ਦੱਸ ਦਿੱਤੇ। ਬਹੁ ਧਨ ਸਾਦਰ ਦੀਨ ਸਮਾਤਾ। ਤੇ ਮਾਤਾ ਜੀ ਨੇ ਸਤਿਕਾਰ ਕੀਤਾ, ਬਹੁਤ ਧਨ ਦਿੱਤਾ ਇਸ ਵਿਦਵਾਨ ਨੂੰ। ਲੈ ਦਿਜ ਆਸ਼ਿਕ ਦੇ ਹਰ ਖਾਤਾ। ਤੇ ਪੈਸੇ ਲੈ ਕਰਕੇ ਬ੍ਰਾਹਮਣ ਖੁਸ਼ ਹੋ ਗਿਆ, ਅਸੀਸਾਂ ਦਿੰਦਾ ਗਿਆ, ਕਿਉਂਕਿ ਮਾਇਆ ਕਰਕੇ ਹੀ ਤਾਂ ਵਿਚਾਰੇ ਕੰਮ ਕਰਦੇ ਸਨ। ਚਿਰੰਜੀਵ ਹੋਏ ਸਾਹਿਬਜ਼ਾਦਾ। ਮਾਤਾ ਜੀ ਤੁਹਾਡਾ ਇਹ ਸਾਹਿਬਜ਼ਾਦਾ ਪੁੱਤਰਾ ਚਿਰੰਜੀਵੀ ਹੋਵੇ, ਬਹੁਤਾ ਲੰਮਾ ਸਮਾਂ ਜੀਵੇ। ਦੇ ਪਰਿਵਾਰ ਹੈ ਬਹੁ ਅਹਲਾਦਾ। ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਅਹਿਲਾਦ ਆਨੰਦ ਖੁਸ਼ੀਆਂ ਹੀ ਦੇਵੇ ਸਦਾ। ਪੀਛੇ ਮਾਤ ਨਾਨਕੀ ਹਰਖਤ। ਇਸ ਤਰ੍ਹਾਂ ਅਸੀਸਾਂ ਦਿੰਦਾ ਚਲੇ ਗਿਆ, ਮਗਰੋਂ ਮਾਤਾ ਨਾਨਕੀ ਜੀ ਬਹੁਤ ਖੁਸ਼ ਹੁੰਦੇ ਹਨ ਵੀ ਜਿਵੇਂ ਮੇਰੇ ਪਤੀ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਉਹੋ ਜਿਹੀਆਂ ਹੀ ਗੱਲਾਂ ਦੱਸੀਆਂ ਸਾਰੀਆਂ। ਸ਼ੁਭ ਲੱਛਣ ਪੋਤਰੈ ਮਹਿ ਪਰਖਤ। ਮਾਂ ਪਰਖਦੀ ਹੈ ਵੀ ਮੇਰੇ ਪੋਤਰੇ ਸਾਰੇ ਸ਼ੁਭ ਲੱਛਣ ਪਾਈਦੇ ਨੇ, ਸਾਰੇ ਚੰਗੇ ਚਿਹਨ ਹਨ ਇਹਨਾਂ ਦੇ ਅੰਦਰ। ਦੇ ਨਿਜ ਅੰਕ ਦੁਲਾਰ ਹੈ ਕਨੀ। ਤੇ ਮਾਂ ਖੁਸ਼ ਹੁੰਦੀ ਹੈ, ਆਪਣੀ ਗੋਦ ਵਿੱਚ ਲੈ ਲੈ ਕੇ ਬਹੁਤਾ ਬਾਲਕ ਨੂੰ ਪੋਤਰੇ ਨੂੰ ਲਾੜ ਲੜਾਉਂਦੀ ਹੈ। ਇੱਕ ਬੇਖ ਮੁਖ ਸਨੇਹ ਕੇ ਸਨੀ। ਤੇ ਸਨੇਹ ਦੇ ਨਾਲ, ਪ੍ਰੇਮ ਦੇ ਨਾਲ ਵਾਰ-ਵਾਰ ਪੋਤਰੇ ਦਾ ਮੁਖ ਵੇਖਦੀ ਹੈ। ਖਸ਼ਟੀ ਆਦਿਕ ਜਗ ਜਿਤੇਕ। ਖਸ਼ਟੀ ਆਦਿਕ ਜਦੋਂ 6 ਦਿਨਾਂ ਦੇ ਹੋਏ ਤਾਂ ਬਹੁਤਾ ਜੱਗ ਲਾਇਆ, ਬਹੁਤੇ ਲੰਗਰ ਦਾਨ ਆਦਿਕ ਦਿੱਤੇ। 6 ਦਿਨਾਂ ਦੇ ਸਾਹਿਬਜ਼ਾਦੇ ਹੋਏ ਜਦੋਂ, ਕਰੇ ਜਥਾ ਬਿਦ ਹੁਤੇ ਤਿਤੇਕ। ਆ ਜੋ ਵੀ ਮਰਿਆਦਾ ਜਿੰਨੀ ਕਰਨੀ ਬਣਦੀ ਸੀ ਸਾਰਾ ਮਾਤਾ ਜੀ ਨੇ ਚੰਗੀ ਤਰ੍ਹਾਂ ਕੀਤਾ ਹੈ ਦਾਨ ਪੁੰਨ। ਅੰਤਰ ਰੱਖ ਹੈ ਰਸ਼ਿਆ ਕਰਤੇ। ਤੇ ਮਾਤਾ ਨਾਨਕੀ ਜੀ ਕਿਉਂਕਿ ਬਿਰਧ ਸਨ, ਤੇ ਜਿਹੜੀਆਂ ਬਿਰਧ ਮਾਈਆਂ ਹੁੰਦੀਆਂ ਉਹ ਬੱਚਿਆਂ ਨੂੰ ਬਹੁਤਾ ਐ ਸੰਭਾਲ ਕੇ ਰੱਖਦੀਆਂ ਨਾ, ਤੇ ਝਿੜਕ ਵੀ ਦਿੰਦੀਆਂ ਨੇ। ਜੇ ਕੋਈ ਠੰਡਾ ਤੱਤਾ ਹੱਥ ਲਾਵੇ ਬਾਹਰੋਂ ਆਵੇ, ਉਹਨੂੰ ਕਹਿ ਦਿੰਦੀਆਂ ਨੇ ਵੀ ਨਾ ਠੰਡ ਦੇ ਵਿੱਚ ਸੰਭਾਲ ਕੇ। ਮਾਈਆਂ ਦੇ ਜਿਵੇਂ ਸੁਭਾਅ ਹੁੰਦਾ ਬਜ਼ੁਰਗਾਂ ਦਾ, ਐਵੇਂ ਸ੍ਰੀ ਮਾਤਾ ਨਾਨਕੀ ਜੀ ਘਰ ਦੇ ਅੰਦਰ ਹੀ ਰੱਖਦੇ ਨੇ, ਠੰਡ ਨਾ ਲੱਗ ਜੇ ਮੇਰੇ ਪੋਤਰੇ ਨੂੰ।
ਤੇ ਬਾਹਰ ਨਹੀਂ ਕਹਿੰਦੇ ਬਹੁਤਾ ਲੈ ਕੇ ਆਉਣ ਦਿੰਦੇ ਕਿਸੇ ਪਾਸ। ਆਏ ਰੰਕ ਜੋ ਜਾਚਹਿ ਦਰ ਤੇ। ਉਂਝ ਜਿਹੜਾ ਵੀ ਕੋਈ ਲੋੜਵੰਦ ਘਰੋਂ ਆ ਕੇ ਮਹਾਰਾਜ ਦੇ ਮੰਗਦਾ ਹੈ ਕੁਝ, ਸ਼ੂਸ਼ਾ ਨਹੀਂ ਜਾਨ ਕੋ ਦੀਨਾ। ਕਿਸੇ ਨੂੰ ਖਾਲੀ ਨਹੀਂ ਮੁੜਨ ਦਿੱਤਾ, ਵੀ ਜਿਹੜਾ ਵੀ ਆਇਆ ਹੈ ਖੁਸ਼ ਹੋ ਕੇ ਹੀ ਗਿਆ। ਮਾਤਾ ਨਾਨਕੀ ਜੀ ਨੇ ਖੁੱਲਾ ਹੀ ਦਾਨ ਕੀਤਾ। ਮਦਰ ਗਿਰਾ ਕਹਿ ਦੈਬੋ ਕੀਨਾ। ਤੇ ਫਿਰ ਐਵੇਂ ਕਿਤੇ ਖਿੱਚ ਕੇ ਜਾਂ ਗੁੱਸੇ ਨਾਲ ਨਹੀਂ, ਬਹੁਤ ਪਿਆਰ ਦੇ ਵਚਨ ਕਹਿ ਕੇ ਜਿਹੜਾ ਵੀ ਮੰਗਣ ਲਈ ਆ ਗਿਆ, ਮਾਂ ਤੇਰੇ ਪੁੱਤਰ ਆਇਆ ਕੁਝ ਨਾ ਕੁਝ ਦੇ, ਤਾਂ ਬਹੁਤ ਪਿਆਰ ਦੇ ਵਚਨ ਕਹਿ ਕੇ ਖੁਸ਼ ਹੋ ਕੇ ਮਾਤਾ ਨਾਨਕੀ ਜੀ ਦਾਨ ਕਰਦੇ ਹਨ। ਔਰ ਮਹਿ ਜਸ ਬਸਰਿਓ ਜਹ ਕਹਾਂ। ਸਾਰੇ ਪਟਨੇ ਸ਼ਹਿਰ ਦੇ ਵਿੱਚ ਜਿੱਥੇ ਕਿੱਥੇ ਵੀ ਸਾਹਿਬਜ਼ਾਦੇ ਦਾ ਜਸ ਫੈਲ ਗਿਆ, ਪਸਰ ਗਿਆ। ਦਾਨ ਭਇਓ ਗੁਰ ਕਰਤੇ ਮਹਾ। ਕਿ ਗੁਰੂ ਘਰ ਦੇ ਵਿੱਚ ਬਹੁਤਾ ਦਾਨ ਹੋ ਰਿਹਾ ਹੈ ਭਾਈ। ਜਿਹੜਾ ਵੀ ਜਾ ਕੇ ਕੁਝ ਮੰਗਦਾ ਖਾਲੀ ਨਹੀਂ ਆਉਂਦਾ ਸਤਿਗੁਰਾਂ ਦੇ ਦਰ ਤੋਂ। ਬਾਈ ਸ਼੍ਰੀ ਤੇਗ ਬਹਾਦਰ ਜੋਈ। ਹਾਂ, ਬੈ ਸ਼੍ਰੀ ਤੇਗ ਬਹਾਦਰ ਜੋਈ। ਤੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਦਾ ਵੀ ਅੰਦਾਜ਼ਾ ਲਾਇਆ ਵੀ ਕਿੰਨੀ ਅਵਸਥਾ ਵਿੱਚ ਬਾਲਕ ਨੇ ਜਨਮ ਲਿਆ ਹੈ। ਵੱਡੀ ਭਾਈ ਸੁਤ ਭਇਓ ਨਾ ਕੋਈ। ਕਿਉਂਕਿ ਬਹੁਤ ਵੱਡੀ ਸਰੀਰ ਕਰਕੇ ਉਮਰਾ ਹੋ ਗਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਪਰ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਪ੍ਰਗਟ ਹੋਇਆ। ਉਹਦਾ ਕਾਰਨ ਇਹੀ ਸੀ ਵੀ ਬਹੁਤਾ ਸਮਾਂ ਮਹਾਰਾਜ ਨੇ 30 ਸਾਲ ਦੇ ਕਰੀਬ ਬੰਦਗੀ ਵਿੱਚ ਹੀ ਬਤੀਤ ਕਰ ਦਿੱਤਾ, ਜਿਸ ਕਰਕੇ ਵਡੇਰੀ ਉਮਰ ਹੋਣ ਤੀਕਰ ਸੰਤਾਨ ਨਾ ਹੋਈ। ਹੱਥ ਚਾਹਤ ਕੈ ਉਪਜਿਓ ਨੰਦਨ। ਤੇ ਕਹਿੰਦੇ ਫਿਰ ਮਾਤਾ ਨਾਨਕੀ ਦੀ ਬਹੁਤੀ ਚਾਹਨਾ ਸੀ ਵੀ ਮੇਰੇ ਪੁੱਤਰ ਦੇ ਘਰ ਵਿੱਚ ਪੁੱਤਰ ਹੋਵੇ। ਬਹੁਤੀ ਚਾਹਨਾ ਕਰਦਿਆਂ ਦੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਹੈ ਹੁਣ। ਸਭ ਪਰਿਵਾਰ ਕਰਹਿ ਅਭਿਨੰਦਨ। ਸਾਰਾ ਹੀ ਪਰਿਵਾਰ ਹੁਣ ਬਹੁਤ ਆਨੰਦ ਕਰ ਰਿਹਾ ਹੈ ਸਾਹਿਬਜ਼ਾਦੇ ਦੇ ਜਨਮ ਤੇ। ਇੱਕ ਦਿਨ ਮਾਤ ਨਾਨਕੀ ਗਿਨੀ। ਇੱਕ ਦਿਨ ਘਰ ਵਿੱਚ ਬੈਠਿਆਂ ਮਾਤਾ ਨਾਨਕੀ ਹਿਸਾਬ ਕਿਤਾਬ ਲਾਉਣ ਲੱਗ ਪਏ। ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ ਵੀ ਕਿੰਨੇ ਦਿਨ ਹੋ ਗਏ ਨੇ, ਕਿੰਨੇ ਸਾਲ ਹੋ ਗਏ ਨੇ ਮੇਰੇ ਪੁੱਤਰ ਦੀ ਉਮਰ ਦੇ। ਸਾਥ ਕਿਰਪਾਲ ਬਾਰਤਾ ਭਨੀ। ਆਪਣੇ ਭਰਾ ਕਿਰਪਾਲ ਚੰਦ ਜੀ ਦੇ ਨਾਲ ਸਾਰੀ ਗੱਲ ਕਹੀ ਵੀ ਹੈ ਭਰਾਤਾ ਜੀ ਸੁਣਨਾ ਕਰੋ। ਸੰਮਤ 1678 ਵੀ 1678 ਬਿਕਰਮੀ ਸੰਮਤ ਸੀ ਉਸ ਦਿਨ। ਮੱਗਰ ਦੁਤੀਆ ਸੂਰ ਅਨੁੱਤਰ। ਮੱਗਰ ਮਹੀਨਾ ਲਿਖਿਆ ਕਵੀ ਜੀ ਨੇ, ਪਰ ਇਹ ਸਾਰੇ ਵਿਦਵਾਨਾਂ ਨੇ ਇਹਨੂੰ ਸੋਧ ਕੇ ਲਿਖਿਆ ਵੀ ਵਿਸਾਖ ਵਧੀ ਪੰਚਮੀ ਦਾ ਦਿਨ ਸੀ। 1678 ਬਿਕਰਮੀ ਤੇ ਵਿਸਾਖ ਵਧੀ ਪੰਚਮੀ ਜਿਹੜੀ 1 ਮਈ ਨੂੰ ਆ ਰਹੀ ਹੈ ਇਸ ਵਾਰ, ਜਿੱਦਣ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਏ। 1678 ਬਿਕਰਮੀ ਸੰਮਤ ਅਤੇ ਈਸਵੀ 1621 ਨੂੰ ਵਿਸਾਖ ਵਧੀ ਪੰਚਮੀ ਵਾਲੇ ਦਿਨ ਤਬ ਮਮ ਨੰਦਨ ਜਨਮ ਲਏ ਹੈ। ਸ੍ਰੀ ਮਾਤਾ ਨਾਨਕੀ ਜੀ ਕਹਿੰਦੇ ਵੀ ਇਸ ਦਿਨ ਵਿਸਾਖ ਵਧੀ ਪੰਚਮੀ ਨੂੰ ਮੇਰੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਪੁੱਤਰ ਨੇ ਜਨਮ ਲਿਆ ਹੈ। ਅਬ 45 ਬਰਖ ਭਏ ਹੈ। ਤੇ ਉਂਗਲਾਂ ਦੇ ਉੱਤੇ ਗਿਣਦੇ ਹਨ ਤੇ ਗਿਣ ਕੇ ਕਹਿੰਦੇ ਵੀ ਹੁਣ 45 ਸਾਲ ਦੇ ਹੋ ਗਏ ਹਨ ਕਰੀਬ ਕਰੀਬ। ਸੰਮਤ 1700 ਅਬ ਚੀਨ। ਕਿਉਂਕਿ 1700 ਬਿਕਰਮੀ ਸੰਮਤ ਹੈ ਹੁਣ। ਉੱਪਰ ਬੀਤੇ 203। 20 ਦੇ 3 ਉੱਤੇ ਬਤੀਤ ਹੋ ਗਏ ਨੇ, ਭਾਵ ਕਿ ਜਦੋਂ ਮੇਰੇ ਪੁੱਤਰ ਦੇ ਘਰ ਵਿੱਚ ਪੁੱਤਰ ਹੋਇਆ 1723 ਬਿਕਰਮੀ ਸੰਮਤ ਦਾ ਸਮਾਂ ਆ ਗਿਆ ਏ। ਸ਼੍ਰੀ ਨਾਨਕ ਕੀ ਕਿਰਪਾ ਉਦਾਰਾ। ਐਵੇਂ ਮਾਤਾ ਅੰਦਾਜ਼ਾ ਲਾਉਂਦੀ ਕਹਿੰਦੀ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੀ 45ਵੇਂ ਸਾਲ ਵਿੱਚ ਉਮਰ ਹੈ। 45 ਸਾਲਾਂ ਦੇ ਕਹਿੰਦੇ ਹੋ ਜਾਣਾ ਇਹਨਾਂ ਨੇ, ਤੇ 45ਵੇਂ ਸਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਪੁੱਤਰ ਦਾ ਸਾਹਿਬਜ਼ਾਦੇ ਦਾ ਜਨਮ ਹੋਇਆ ਏ। ਜਿਸ ਤੇ ਸੁਤ ਕੋ ਪੁੱਤਰ ਨਿਹਾਰਾ। ਮਾਂ ਨਾਨਕੀ ਕਹਿੰਦੀ ਧੰਨ ਗੁਰੂ ਨਾਨਕ ਸਾਹਿਬ ਨੇ ਬਹੁਤੀ ਕਿਰਪਾ ਕੀਤੀ, ਜਿਸ ਕਿਰਪਾ ਕਰਕੇ ਮੈਂ ਆਪਣੇ ਪੁੱਤਰ ਦਾ ਪੁੱਤਰ ਵੇਖਿਆ ਅੱਖਾਂ ਦੇ ਨਾਲ। ਅਸ਼ਟ ਜੋਗਨੀ ਕਹੋ ਅਭਿਖੇਕਾ। ਇਸ ਤਰ੍ਹਾਂ ਸਾਰੇ ਗੁਰੂ ਸਾਹਿਬ ਜੀ ਨੂੰ ਮਨਾਉਂਦੀ, ਅਰਦਾਸਾਂ ਕਰਦੀ, ਸ਼ੁਕਰਾਨਾ ਕਰਦੀ
ਹੈ ਮਾਂ। ਸੁਤ ਕੀ ਕੁਸ਼ਲ ਜਾਚ ਸਿਰ ਟੇਕਾ। ਕੀ ਚਾਹੁੰਦੀ ਹੈ? ਆਪਣੇ ਪੁੱਤਰ ਦੇ ਪੁੱਤਰ ਪੋਤਰੇ ਦੀ ਕੁਸ਼ਲਤਾ ਚਾਹੁੰਦੀ ਹੈ, ਮੱਥੇ ਟੇਕਦੀ ਹੈ, ਨਮਸਕਾਰਾਂ ਕਰਦੀ ਵੀ ਸੁਖ ਖੈਰ ਹੋਵੇ ਮੇਰੇ ਲਾਲ ਦੇ ਸਰੀਰ ਨੂੰ। ਪੰਚਾ ਅੰਮ੍ਰਿਤ ਸਮੂਹ ਕਰਵਾਇਓ। ਉਹਦੇ ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ। ਸਭ ਸਿੱਖਣ ਕੇ ਘਰ ਪਹੁੰਚਾਇਓ। ਜਿੰਨੇ ਵੀ ਸਿੱਖ ਨੇ ਉਹਨਾਂ ਦੇ ਘਰੋਂ ਘਰੀਏ ਦੇਗ ਪਹੁੰਚਾਈ ਹੈ ਵੀ ਖੁਸ਼ੀ ਵਿੱਚ ਛਕੋ ਕੜਾ ਪ੍ਰਸ਼ਾਦ ਦੀਆਂ ਦੇਗਾਂ। ਗੇਤ ਲੇਤ ਕੇ ਹਿਰਦੇ ਆਨੰਦ। ਇਸ ਤਰ੍ਹਾਂ ਦਿੰਦਿਆਂ ਲੈਂਦਿਆਂ ਬਹੁਤ ਆਨੰਦ ਲੈਣ ਵਾਲੇ ਵੀ ਖੁਸ਼ ਨੇ, ਵਰਤਾਉਣ ਵਾਲੇ ਵੀ ਆਨੰਦ ਵਿੱਚ ਹਨ। ਅਤ ਚਾਹਤ ਕਹਿ ਉਪਜਿਓ ਆਨੰਦ। ਅਤੇ ਅੰਤੀ ਚਾਹੁੰਦਿਆਂ ਦੇ ਬਹੁਤੀ ਚਾਹਨਾ ਸੀ ਨਾ, ਮਾਤਾ ਨਾਨਕੀ ਨੂੰ ਚਾਹਨਾ ਸੀ, ਮਾਤਾ ਗੁਜਰੀ ਦੇ ਵੀ ਮਨ ਦੀ ਇੱਛਾ ਸੀ, ਬਹੁਤੀ ਚਾਹਨਾ ਦੇ ਵਿੱਚ ਕਹਿੰਦੇ ਵੀ ਪੁੱਤਰ ਆਨੰਦ ਦੇ ਦੇਣ ਵਾਲਾ ਪੈਦਾ ਹੋਇਆ। ਸ਼੍ਰੇय ਸਹਿਤ ਹੋਏ ਉਮਰ ਦਰਾਜ਼। ਤੇ ਇਸ ਪ੍ਰਕਾਰ ਦੇ ਨਾਲ ਜਿਹੜੇ ਕੋਈ ਦਾਨ ਲੈਂਦੇ ਜੋ ਸਿੱਖ ਸੰਗਤਾਂ ਨੇ ਉਹ ਅਸੀਸਾਂ ਦਿੰਦੇ ਨੇ ਵੀ ਕਲਿਆਣ ਹੋਵੇ, ਸੁਖ ਦੀ ਉਮਰ ਸੁਹੰਡਣੀ ਹੋਵੇ। ਜਿਵੇਂ ਬਜ਼ੁਰਗਾਂ ਦਾ ਸੁਭਾਅ ਹੁੰਦਾ ਨਾ ਅਸੀਸਾਂ ਦੇਣੀਆਂ, ਐਵੇਂ ਜਿਹੜੇ ਗੁਰਸਿੱਖ ਪਿਆਰੇ ਕੋਈ ਵਡੇਰੀ ਉਮਰ ਦੇ ਅਸੀਸਾਂ ਦਿੰਦੇ ਨੇ ਵੀ ਮਾਂ ਤੇਰਾ ਪੋਤਰਾ ਲੰਮੀ ਉਮਰ ਵਾਲਾ ਹੋਵੇ, ਇਹਦੇ ਸਰੀਰ ਨੂੰ ਸਦਾ ਸੁਖ ਮਿਲੇ, ਨਵਾਂ ਨਰੋਵਾ ਰਹੇ ਪੁੱਤ ਤੇਰਾ। ਲਹੋ ਆਨੰਦ ਬਿਲੰਦ ਸਮਾਜ। ਕਹਿੰਦੇ ਵੀ ਵੱਡਾ ਸਮਾਜ ਹੋਊਗਾ, ਸਾਰੇ ਆਨੰਦ ਮਾਣੋ ਆਪਣੇ ਇਸ ਲਾਲ ਨਾਲ। ਸ਼੍ਰੀ ਗੁਜਰੀ ਸ਼ੁਭ ਮਤ ਗੁਰ ਕਰਨੀ। ਆ ਇੱਧਰ ਸ਼੍ਰੀ ਗੁਜਰੀ ਜੀ ਜੋ ਸ਼ੁਭਮਤੀ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਘਰ ਵਾਲੀ ਹੈ। ਚਿਰੰਕਾਲ ਸੁਤ ਬੰਛਾ ਧਰਨੀ। ਇਹਨਾਂ ਦੇ ਮਨ ਵਿੱਚ ਵੀ ਬੜੇ ਲੰਮੇ ਸਮੇਂ ਦੀ ਚਾਹਨਾ ਸੀ ਵੀ ਮੇਰੇ ਕੋਈ ਸੰਤਾਨ ਨਹੀਂ ਹੋਈ। ਮਾਂ ਔਰਤ ਦਾ ਹੁੰਦਾ ਹੈ ਮਨ ਦਾ ਫੁਰਨਾ ਵੀ ਮੇਰੀ ਕੁੱਖ ਤੋਂ ਸੰਤਾਨ ਜਨਮ ਲਵੇ। ਮਾਤਾ ਗੁਜਰੀ ਜੀ ਵੀ ਇਹ ਇੱਛਾ ਰੱਖਦੇ ਰਹੇ। ਸ਼੍ਰੀ ਪਰਮੇਸ਼ਰ ਪੂਰਨ ਕਰੀ। ਉਹ ਹੁਣ ਇੱਛਾ ਪਰਮੇਸ਼ਰ ਅਕਾਲ ਪੁਰਖ ਨੇ ਪੂਰੀ ਕਰ ਦਿੱਤੀ ਹੈ। ਵਿੱਚ ਪਰਦੇਸ ਆਏ ਪੁਰ ਥਰੀ। ਆ ਇਸ ਪ੍ਰਕਾਰ ਦੇ ਨਾਲ ਕਹਿੰਦੇ ਪ੍ਰਦੇਸ਼ਾਂ ਵਿੱਚ ਆਏ ਨੇ ਤੇ ਵੇਖੋ ਵੀ ਪੰਜਾਬ ਦੇਸ਼ ਦੇ ਵਿੱਚੋਂ ਇੱਥੇ ਪ੍ਰਦੇਸ਼ ਪਟਨੇ ਵਿੱਚ ਆ ਕੇ ਥਿਰ ਹੋਏ ਹਨ। ਜਦੋਂ ਭਈ ਪਰਸੂਤ ਸਪੂਤ ਨਿਹਾਰਾ। ਤੇ ਪ੍ਰਸੂਤ ਭਾਵ ਪੁੱਤਰ ਨੂੰ ਦੇਣ ਯੋਗ, ਜਨਮ ਦੇਣ ਦੇ ਯੋਗ ਅਵਸਥਾ ਵਿੱਚ ਆਏ ਤਾਂ ਪੁੱਤਰ ਵੇਖਿਆ ਮਾਤਾ ਗੁਜਰੀ ਨੇ। ਚਿਰ ਜੀਵ ਹੋ ਸਤ ਗੁਰੂ ਕੁਮਾਰਾ। ਐਵੇਂ ਨਗਰ ਦੇ ਸਿੱਖ ਸੇਵਕ ਸੰਗਤਾਂ ਆਪਸ ਵਿੱਚ ਕਹਿੰਦੇ ਵੇਖੋ ਮਾਤਾ ਗੁਜਰੀ ਕਿੰਨੇ ਸਮੇਂ ਤੋਂ ਚਾਹੁੰਦੇ ਸਨ, ਵਾਹਿਗੁਰੂ ਨੇ ਕਿਰਪਾ ਕੀਤੀ, ਹੁਣ ਭਾਵੇਂ ਪ੍ਰਦੇਸ਼ਾਂ 'ਚ ਹੀ ਆਏ ਸੀ ਇੱਥੇ ਇੱਛਾ ਪੂਰੀ ਹੋਈ ਹੈ। ਤੇ ਨਾਲ ਕਹਿੰਦੇ ਹੇ ਸਤਿਗੁਰੂ ਦੇ ਸਾਹਿਬਜ਼ਾਦੇ ਤੂੰ ਚਰੰਜੀਵੀ ਹੋਵੇਂ। ਦੇਖ ਬਿਲੋਚਨ ਕੋ ਸਿਹਰਾਤੇ। ਤੇ ਮਾਤਾ ਗੁਜਰੀ ਵੇਖਦੀ ਹੈ ਗੁਰੂ ਕਲਗੀਧਰ ਸਾਹਿਬ ਜੀ ਦਾ ਬਾਲ ਸਰੂਪ। ਅੱਖਾਂ ਨਾਲ ਵੇਖਦੇ ਨੇ ਜਦੋਂ ਤਾਂ ਸਿਹਰਾਤੀ ਬਹੁਤ ਛਾਤੀ ਠੰਡੀ ਹੁੰਦੀ ਹੈ। ਹੋਏ ਆਨੰਦ ਤੇ ਸੀਤਲ ਛਾਤੀ। ਆ ਖੁਸ਼ੀ ਦੇ ਨਾਲ ਛਾਤੀ ਨੂੰ ਠੰਡ ਪੈਂਦੀ ਹੈ, ਭਾਵ ਕਿ ਹਿਰਦਾ ਜਿਹੜਾ ਹੈ ਨਾ ਉਹ ਠੰਡਾ ਠਾਰ ਹੁੰਦਾ। ਠੰਡਾ ਹਿਰਦਾ ਹੋਣਾ, ਸ਼ੀਤਲ ਛਾਤੀ ਹੋਣੀ ਤੋਂ ਭਾਵ ਹੈ ਵੀ ਦੁੱਖਾਂ ਤੋਂ ਰਹਿਤ ਦੀ ਅਵਸਥਾ, ਖੁਸ਼ੀ ਦੀ ਅਵਸਥਾ ਨੂੰ ਕਹਿ ਦਿੰਦੇ ਵੀ ਮੇਰੇ ਤਾਂ ਕਹਿੰਦੇ ਛਾਤੀ ਨੂੰ ਸੀਨੇ ਨੂੰ ਠੰਡ ਪੈ ਗਈ, ਭਾਵ ਕਿ ਆਨੰਦ ਹੀ ਆ ਗਿਆ, ਕੋਈ ਦੁੱਖ ਪ੍ਰਤੀਤ ਹੀ ਨਹੀਂ ਹੁੰਦਾ ਹੁਣ। ਇਤਿਆਦਕ ਬੋਲਤ ਨਰ ਨਾਰੀ। ਇਤਿਆਦਕ ਬੋਲਤ ਨਰ ਨਾਰੀ। ਇਸ ਤਰ੍ਹਾਂ ਨਰ ਨਾਰੀਆਂ ਸਾਰੀਆਂ ਪਟਨੇ ਦੀਆਂ ਸਿੱਖ ਸੰਗਤਾਂ ਆ ਕਰਕੇ ਮਾਤਾ ਜੀ ਨਾਲ ਵੀ ਬਚਨ ਕਰਦੇ ਨੇ, ਆਪਸ ਵਿੱਚ ਵੀ ਗੱਲਾਂ ਕਰਦੇ ਹਨ। ਉਤ ਸਭ ਤੇ ਪ੍ਰਮੋਦ ਰਿੱਧ ਭਾਰੀ। ਆ ਮਹਾਰਾਜ ਸਾਹਿਬ ਦੇ ਆਗਮਨ ਦੇ ਉਤਸਵ ਕਰਕੇ ਸਾਰਿਆਂ ਨੂੰ ਭਾਰੀ ਆਨੰਦ ਪ੍ਰਾਪਤ ਹੋ ਰਿਹਾ ਹੈ ਹਿਰਦੇ ਵਿੱਚ। ਮਾਤਾ ਵੱਡੀ ਨਾਨਕੀ ਤਬੈ। ਆ ਵੱਡੀ ਮਾਤਾ ਸ੍ਰੀ ਨਾਨਕੀ ਜੀ ਉਸ ਸਮੇਂ ਰਛਾ ਕੇ ਉਪਾਵ ਕਰ ਸਭੈ। ਸਾਰੇ ਉਪਾਵ ਉਹ ਰੱਖਿਆ ਦੇ ਕਰਦੇ ਨੇ ਵੀ ਕਿਸੇ ਢੰਗ ਦੇ ਨਾਲ ਵੀ ਬਾਲਕ ਨੂੰ ਕੋਈ ਕਸ਼ਟ ਨਾ ਆਵੇ, ਕਿਸੇ ਨੂੰ ਠੰਡੇ ਹੱਥ ਨਹੀਂ ਲਾਉਣ ਦਿੰਦੇ, ਸਰੀਰ ਨੂੰ ਬਾਲਕ ਦੇ ਨੂੰ ਹਰ ਵੇਲੇ ਢੱਕ ਕੇ ਰੱਖਦੇ ਹਨ। ਦਿਨ ਪ੍ਰਤ ਮੰਗਲ ਰਚਤ ਵਿਸਾਲਾ। ਜਿਉਂ-ਜਿਉਂ ਦਿਨ ਬਤੀਤ ਹੁੰਦੇ ਨੇ ਤਿਉਂ-ਤਿਉਂ ਖੁਸ਼ੀਆਂ ਹੋਰ ਹੀ ਰਚੀਆਂ ਜਾ ਰਹੀਆਂ, ਵੱਧਦੀਆਂ ਜਾ ਰਹੀਆਂ ਹਨ। ਆਏ ਹਜ਼ਾरों ਪੁਰ ਕੀ ਬਾਲਾ। ਹਜ਼ਾਰਾਂ ਹੀ ਇਸਤਰੀਆਂ ਜੋ ਹਨ ਸਿੱਖ ਪਰਿਵਾਰਾਂ ਦੀਆਂ ਪਟਨੇ ਦੇ ਵਿੱਚੋਂ ਮਾਤਾ ਨਾਨਕੀ ਜੀ ਦੇ ਕੋਲ ਆਉਂਦੇ ਨੇ ਘਰ ਵਿੱਚ। ਮਨ ਭਾਵਤ ਗਾਵਤ ਸ਼ੁਭ ਗੀਤ। ਮਨ
ਭਾਉਂਦੇ ਮਨ ਨੂੰ ਖੁਸ਼ੀ ਦੇਣ ਵਾਲੇ ਸੋਹਣੇ ਗੁਰਬਾਣੀ ਦੇ ਗੀਤ ਗਾਉਂਦੇ ਹਨ। ਦਰਸਹਿ ਬਾਲਿਕ ਪਰਮ ਪੁਨੀਤ, ਤੇ ਪਰਮ ਪਵਿੱਤਰ ਸਰੂਪ ਬਾਲਕ ਦੇ ਦਰਸ਼ਨ ਕਰਦੀਆਂ ਹਨ ਮਾਈਆਂ। ਬੰਧਨ ਕਰੇ ਦੂਰ ਤੇ ਖਰੀ, ਆ ਮਾਤਾ ਨਾਨਕੀ ਜੀ ਧਿਆਨ ਰੱਖਦੇ ਨਾ, ਕਹਿੰਦੇ ਨਾ ਠੰਡ ਲੱਗ ਜੂ, ਹਾਲਾਂ ਨਹੀਂ ਕਿਸੇ ਨੇੜੇ ਜਾਣਾ, ਕਿਉਂਕਿ ਤੁਸੀਂ ਤਾਂ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਆਉਂਦੀਆਂ ਸਨ ਬੀਬੀਆਂ, ਵੀ ਜੇ ਹਜ਼ਾਰਾਂ ਨੂੰ ਚੁਕਾਉਣ ਤਾਂ ਮਾਂ ਇਹ ਪਰਹੇਜ਼ ਰੱਖਦੀ, ਕਹਿੰਦੀ ਬਾਲਕ ਹਜੇ ਛੋਟਾ, ਠੰਡ ਦਾ ਸਮਾਂ ਏ, ਵੀ ਦੂਰੋਂ ਹੀ ਵੇਖੋ। ਇਸ ਤਰ੍ਹਾਂ ਆਉਂਦੀਆਂ ਹਨ ਨਗਰ ਦੀਆਂ ਇਸਤਰੀਆਂ ਮਾਈਆਂ ਬੀਬੀਆਂ, ਖੁਸ਼ੀ ਦੇ ਗੀਤ ਗਾਉਂਦੀਆਂ, ਗੁਰਬਾਣੀ ਪੜ੍ਹਦੀਆਂ ਤੇ ਪਰਮ ਪਵਿੱਤਰ ਸਰੂਪ ਦੇ ਦੂਰੋਂ ਹੀ ਦਰਸ਼ਨ ਕਰਕੇ ਨਮਸਕਾਰ ਕਰਦੀਆਂ ਹਨ। ਕਰਹਿ ਸਰਾਹਨ ਸੂਰਤ ਖਰੀ, ਤੇ ਮਹਾਰਾਜ ਦਾ ਚਿਹਰਾ ਵੇਖ ਕੇ ਕਲਗੀਧਰ ਸਾਹਿਬ ਦਾ ਬਾਲ ਸਰੂਪ ਵਿੱਚ ਸਲਾਹਨਾ ਕਰਦੀਆਂ ਨੇ, ਵੀ ਕਿੱਡਾ ਸੋਹਣਾ ਸਰੂਪ ਹੈ, ਵੀ ਹਸੂ ਹਸੂ ਕਰਦੇ ਨੇ। ਦਿਨ ਪ੍ਰਤਮਾਤ ਕਰਾਏ ਇਸ਼ਨਾਨਾ, ਸ੍ਰੀ ਮਾਤਾ ਨਾਨਕੀ ਜੀ ਆਪ ਆਪਣੇ ਹੱਥਾਂ ਨਾਲ ਹਰ ਦਿਨ ਇਸ਼ਨਾਨ ਕਰਾ ਦਿੰਦੇ, ਅੰਮ੍ਰਿਤ ਵੇਲੇ ਵੱਡੇ ਤੜਕੇ ਹੀ ਬਾਲਕ ਦਾ। ਪਟ ਸੋ ਪੂੰਛਤ ਪ੍ਰੇਮ ਮਹਾਨਾ, ਤੇ ਫਿਰ ਬੜੇ ਪ੍ਰੇਮ ਦੇ ਨਾਲ ਕੱਪੜੇ ਦੇ ਨਾਲ ਸਰੀਰ ਪੂੰਝਦੇ ਹਨ ਚੰਗੀ ਤਰ੍ਹਾਂ। ਸੋਧੀ ਕਰ ਪਗ ਕੀ ਅੰਗੁਰੀਨਾ, ਤੇ ਮਾਤਾ ਨਾਨਕੀ ਪ੍ਰੇਮ ਨਾਲ ਇਸ਼ਨਾਨ ਕਰਾ ਕੇ ਚੰਗੇ ਤਰ੍ਹਾਂ ਬਸਤਰ ਪਵਾ ਕੇ ਸਰੀਰ ਪੂੰਝਦੇ ਹਨ, ਤੇ ਸੂਧੀ ਕਰ ਪੱਗ ਕੀ ਅੰਗੁਰੀਨ, ਤੇ ਹੱਥਾਂ ਦੀਆਂ ਤੇ ਪੈਰਾਂ ਦੀਆਂ ਉਂਗਲੀਆਂ ਇਕਰਾਂ ਸਿੱਧੀਆਂ ਕਰਦੇ ਨੇ, ਕਸਰਤ ਕਰਾ ਦਿੰਦੇ ਹਨ। ਮਹਾਰਾਜ ਦੇ ਚਰਨਾਂ ਦੀਆਂ ਛੋਟੀਆਂ ਉਂਗਲਾਂ, ਹੱਥਾਂ ਦੇ ਮਹਾਰਾਜ ਸਾਹਿਬ ਜੀ ਦੀਆਂ ਉਂਗਲਾਂ ਇੱਕ ਵਾਰਾ ਮਾਤਾ ਨਾਨਕੀ ਜੀ ਲੈ ਕੇ ਸਿੱਧੀਆਂ ਕਰਦੇ ਹਨ। ਮ੍ਰਿਦਲ ਕੋਕਨਦ ਪੰਖਰੀ ਚੀਨਾ, ਜੋ ਬਹੁਤ ਹੀ ਕੋਮਲ ਹਨ ਹੱਥਾਂ ਪੈਰਾਂ ਦੀਆਂ ਉਂਗਲਾਂ, ਮਾਨੋ ਵੀ ਕਮਲ ਦੀਆਂ ਪੰਖੜੀਆਂ ਹੀ ਹੋਣ, ਜਿਵੇਂ ਕਮਲ ਕੋਮਲ ਹੁੰਦਾ, ਇਸੇ ਤਰ੍ਹਾਂ ਮਹਾਰਾਜ ਸਾਹਿਬ ਦੇ ਹੱਥ ਪੈਰ ਬੜੇ ਕੋਮਲ ਹਨ। ਦਿਪ ਹੈ ਪੁਨਰ ਭੂ ਮਾਨਿਕ ਜੈਸੇ, ਤੇ ਨੌ ਇਸ ਤਰ੍ਹਾਂ ਸੋਹਣੇ ਲੱਗਦੇ ਹਨ ਹੱਥਾਂ ਪੈਰਾਂ ਦੇ, ਵੀ ਜਿਵੇਂ ਵਿੱਚ ਮਣੀਆਂ ਜੜੀਆਂ ਹੋਣ, ਜਿਵੇਂ ਮੋਤੀਆਂ ਦੇ ਨਗ ਜੜੇ ਹੋਣ, ਸੋਹਣੇ ਫੱਬਦੇ ਨੇ ਲਾਲ ਰੰਗ ਦੇ। ਪਦਮਾਲੇ ਜਟਤੀ ਹੋਏ ਵੈਸੇ, ਪਦਮਾਲੇ ਜਟਤੀ ਹੋਏ ਜੈਸੇ, ਮਾਨੋ ਲక్ష్ਮੀ ਦੀ ਹੀ ਜੜਤ ਕੀਤੀ ਹੋਵੇ। ਮਹਾਰਾਜ ਦੇ ਚਰਨਾਂ ਤੇ ਇਸ ਤਰ੍ਹਾਂ ਦੇ ਨੋਹ ਫੱਬਦੇ ਹਨ, ਭਾਵ ਕਿ ਲక్ష్ਮੀ ਜੋ ਪਰਮੇਸ਼ਰ ਦੀ ਆਦਿ ਸ਼ਕਤੀ ਹੈ, ਮਹਾ ਮਾਇਆ ਤਾਕੀ ਹੈ, ਛਾਇਆ ਹੈ, ਜੋ ਉਹ ਮਹਾਰਾਜ ਦੇ ਚਰਨਾਂ ਜੀ ਕਹਿੰਦੇ ਹਾਜ਼ਰ ਹੋਈ ਹੋਵੇ ਜਿਵੇਂ। ਜਿਨ ਕੇ ਧਿਆਨ ਕਰੇ ਅਗ ਜਾਏ, ਜਿਸ ਗੁਰੂ ਕਲਗੀਧਰ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਕੀਤਿਆਂ ਹੀ ਪਾਪ ਨਾਸ਼ ਹੋ ਜਾਣ। ਪਰੇ ਕਰਤ ਚੰਚਲ ਕਰ ਪਾਏ, ਤੇ ਜਦੋਂ ਮਾਤਾ ਆਪਣੀ ਗੋਦ ਵਿੱਚ ਲੈਂਦੇ ਨੇ ਜਾਂ ਕਿਤੇ ਪਲੰਗੇ ਦੇ ਪੰਘੂੜੇ ਤੇ ਬਿਰਾਜਮਾਨ ਕਰਦੇ ਨੇ, ਉਹ ਆਪਣੇ ਉਹ ਪਾਵਨ ਪੈਰਾਂ ਨੂੰ ਚੰਚਲ ਕਰਦੇ ਨੇ, ਭਾਵ ਲੰਮੇ ਪਿਆ ਹੋਇਆ ਮਾਂ ਦੀ ਗੋਦ ਵਿੱਚ ਪਲੰਗੇ ਦੇ ਪੰਘੂੜੇ ਤੇ ਜਿਵੇਂ ਬਾਲਕ ਖੇਡਦੇ ਨੇ ਨਾ ਪੈਰ ਹਿਲਾ ਕੇ, ਐਵੇਂ ਕਲਗੀਧਰ ਸਾਹਿਬ ਆਪਣੇ ਚਰਨਾਂ ਨੂੰ ਚੰਚਲ ਕਰਦੇ ਹਿਲਾਉਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜਾਤੇ, ਹਾਂ, ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਪਟਨਾ ਤੋਂ ਚੱਲੇ ਸਨ, ਜਾਣ ਤੋਂ ਪਹਿਲਾਂ ਹੀ ਨਾਮ ਗਏ ਧਰ ਪ੍ਰਥਮ ਬਖਿਆਤੇ, ਪਹਿਲਾਂ ਹੀ ਕਹਿ ਕੇ ਸ੍ਰੀ ਗੁਜਰੀ ਮਾਤਾ ਨਾਨਕੀ ਜੀ ਨੂੰ ਨਾਂ ਆਪ ਹੀ ਰੱਖ ਗਏ ਸਨ। ਪਤਾ ਸੀ ਸਾਹਿਬ ਕਹਿੰਦੇ ਵੀ ਬਾਲਕ ਜਿਹੜਾ ਆਵੇਗਾ ਉਹਦਾ ਆਹ ਨਾਮ ਰੱਖਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਜਾਂਦੇ ਆ ਪ੍ਰਗਟ ਹੀ ਦੱਸ ਗਏ ਸਨ। ਪੂਰਬ ਜਨਮ ਬਿਰਤੰਤ ਵਿਚਾਰ, ਮਹਾਰਾਜ ਨਾਵੇਂ ਪਾਤਸ਼ਾਹ ਨੇ ਪੂਰਬਲੇ ਜਨਮ ਦਾ ਵਰਤਾਂਤ ਵਿਚਾਰ ਕੇ ਵੀ ਕਿਵੇਂ ਇਹਨਾਂ ਨੇ ਪਹਿਲਾਂ ਇਹ ਨੰਦੇੜ ਦੀ ਧਰਤੀ ਤੇ ਬੰਦਗੀ ਕੀਤੀ, ਫਿਰ ਹੇਮਕੁੰਡ ਤੇ ਤਪੱਸਿਆ ਕੀਤੀ, ਉੱਥੋਂ ਜਿਵੇਂ ਪਰਮੇਸ਼ਰ ਦੇ ਹੁਕਮ ਨਾਲ ਇਹਨਾਂ ਦਾ ਸੰਸਾਰ ਚ ਆਉਣਾ ਹੋਇਆ, ਇਹ ਸਾਰਾ ਹੀ ਵਰਤਾਂਤ ਚੰਗੀ ਤਰ੍ਹਾਂ ਵਿਚਾਰ ਕੇ ਸ੍ਰੀ ਗੁਜਰੀ ਪ੍ਰਤ ਕੀਨ ਉਚਾਰ, ਸ੍ਰੀ ਗੁਜਰੀ ਆਪਣੇ ਮਹਿਲਾਂ ਦੇ ਤਾਈ ਨਾਵੇਂ ਪਾਤਸ਼ਾਹ ਨੇ ਉਚਾਰ ਕੇ ਦੱਸਿਆ ਸੀ ਵੀ ਬਾਲਕ ਦਾ ਨਾਮ ਆ ਰੱਖਿਓ। ਸੋ ਤਰ ਨਾਮ ਹਕਾਰਨ ਕਰਤ, ਜਿਹੜਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਰੱਖ ਗਏ ਨੇ, ਤੇ ਜਦੋਂ ਮਾਤਾ ਗੁਜਰੀ ਜੀ ਖੜਾਉਂਦੇ ਨੇ ਆਪਣੇ ਲਾਲ ਨੂੰ, ਤਾਂ ਉਹੀ ਨਾਮ ਲੈ ਕੇ ਵੀ ਮੇਰਾ ਲਾਲ ਗੋਬਿੰਦ ਰਾਏ ਇਦਾਂ ਆਵਾਜ਼ ਮਾਰਦੇ ਹਨ। ਬਾਰ-ਬਾਰ ਬੋਲੇ ਹੱਸ ਪਰਤ, ਤੇ ਜਦੋਂ ਵਾਰ-ਵਾਰ ਬੋਲਦੇ ਆਵਾਜ਼ ਮਾਰ ਕੇ ਤਾਂ ਫਿਰ ਅੱਗੋਂ ਹੱਸ ਪੈਂਦੇ ਨੇ। ਜਦੋਂ ਮਾਤਾ ਜੀ ਆਵਾਜ਼ ਲੈ ਕੇ ਬੁਲਾਉਂਦੇ ਨੇ ਨਾ ਗੁਰੂ ਕਲਗੀਧਰ ਸਾਹਿਬ ਜੀ ਨੂੰ,
ਤਾਂ ਕੁਝ ਕੁ ਸਮਾਂ ਜਦੋਂ ਆਵਾਜ਼ਾਂ ਮਾਰਦੇ ਰਹਿੰਦੇ ਫਿਰ ਅੱਗੋਂ ਹੱਸ ਕੇ ਵਿਖਾ ਦਿੰਦੇ ਹਨੂਮਾਨ ਨੂੰ। ਬਾਚ ਅਕਾਲ ਪੁਰਖ ਤੇ ਆਏ। ਕਹਿੰਦੇ ਵੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਗੁਰੂ ਕਲਗੀਧਰ ਸਾਹਿਬ ਜੀ ਸੰਸਾਰ ਵਿੱਚ ਆਏ ਸਨ। ਗੋ ਧਰਮ ਹੈ ਬਿੰਦ ਪ੍ਰਾਪਤ ਭਏ। ਇਸ ਕਰਕੇ ਨਾਮ ਜਿਹੜਾ ਰੱਖਿਆ ਗੋਬਿੰਦ, ਉਹਦਾ ਕਾਰਨ ਕੀ ਵੀ ਪਰਮੇਸ਼ਰ ਦੇ ਹੁਕਮ ਨਾਲ ਕਿੱਥੇ ਆਏ। ਗੋ ਨਾਮ ਹੈ ਧਰਤੀ ਦਾ, ਪ੍ਰਿਥਵੀ ਦਾ, ਪਰਮੇਸ਼ਰ ਦਾ ਹੁਕਮ ਹੋਇਆ। ਗੁਰੂ ਸਾਹਿਬ ਨੇ ਆਪ ਲਿਖਿਆ ਹੈ ਨਾ ਵੀ ਅਕਾਲ ਪੁਰਖ ਵੱਲੋਂ ਹੁਕਮ ਹੋਇਆ ਸੀ ਵੀ ਜਾਓ ਤੁਸੀਂ ਸੰਸਾਰ ਦੀ ਕਲਿਆਣ ਕਰੋ। ਤੇ ਉਸ ਵੇਲੇ ਗੋ ਧਰਮ ਹੈ, ਧਰਤੀ ਦੇ ਵਿੱਚ ਆਉਣ ਕਰਕੇ ਤੇ ਬਿੰਦ ਨਾਮ ਹੈ ਪ੍ਰਾਪਤ ਹੋਣ ਦਾ। ਧਰਤੀ ਵਿੱਚ ਆ ਕੇ ਪ੍ਰਾਪਤ ਹੋਏ ਹਨ ਜਦੋਂ ਸਤਿਗੁਰੂ ਜੀ ਭਾਵ ਸੰਸਾਰ 'ਚ ਆਗਮਨ ਹੋਣ ਕਰਕੇ। ਜਾਣਤੇ ਗੋਬਿੰਦ ਨਾਮ ਉਚਾਰਾ। ਇਸ ਕਰਕੇ ਗੋਬਿੰਦ ਨਾਮ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਵੀ ਇਹਨਾਂ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ, ਕਿਉਂਕਿ ਵਾਹਿਗੁਰੂ ਦੇ ਹੁਕਮ ਦੇ ਨਾਲ ਧਰਤੀ ਤੇ ਆ ਕੇ ਪ੍ਰਾਪਤ ਪ੍ਰਗਟ ਹੋਏ ਹਨ। ਜੋ ਹੋਏ ਚਹੁ ਕੁੰਟਨ ਬਿਸਤਾਰਾ। ਜੋ ਹੋਏ ਚਹੁ ਕੁੰਟਨ ਵਿਸਤਾਰਾ, ਜਿਨ੍ਹਾਂ ਦੇ ਨਾਮ ਦਾ ਵਿਸਤਾਰ ਚੌਹਾਂ ਕੁੰਟਾਂ ਵਿੱਚ ਹੋਵੇਗਾ। ਸਿੰਘ ਜੋ ਪਦ ਅਕਾਲ ਨੇ ਦੀਨਾ। ਆ ਜੋ ਸਿੰਘ ਪਦ ਸੀ ਨਾ, ਉਹ ਕਹਿੰਦੇ ਵੀ ਜਦੋਂ ਬਹੁਤੇ ਰਾਖਸ਼ ਮਾਰੇ ਤੇ ਉਹ ਸ਼ਕਤੀ ਜੀ ਦੀ ਮਦਦ ਕੀਤੀ, ਉਹਨੇ ਵੀ ਇਸ ਤਰ੍ਹਾਂ ਕਿਹਾ ਸੀ। ਪਰ ਅਸਲ 'ਚ ਜਦੋਂ ਮਹਾਰਾਜ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ, ਉਦੋਂ ਪਹਿਲਾਂ ਸਿੱਖਾਂ ਨੂੰ ਸਿੰਘ ਸ਼ਬਦ ਦਿੱਤਾ, ਫਿਰ ਆਪ ਛਕਿਆ ਸੀ ਤੇ ਗੋਬਿੰਦ ਰਾਏ ਤੋਂ ਬਾਅਦ ਫਿਰ ਸਿੰਘ ਸ਼ਬਦ ਨਾਲ ਲੱਗਣ ਲੱਗ ਪਿਆ, ਗੋਬਿੰਦ ਸਿੰਘ। ਐਵੇਂ ਅੰਮ੍ਰਿਤ ਛਕ ਕੇ ਪਹਿਲਾਂ ਗੋਬਿੰਦ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ, ਅੰਮ੍ਰਿਤ ਛਕ ਕੇ ਤੇ ਗੋਬਿੰਦ ਸਿੰਘ ਫਿਰ ਮਹਾਰਾਜ ਬਣ ਗਏ। ਰਾਖਸ਼ ਤੇ ਕਰੋੜੋ ਚੀਨ। ਜਿਹਨੇ ਕਹਿੰਦੇ ਕਰੋੜਾਂ ਹੀ ਜਿਸ ਪਾਤਸ਼ਾਹ ਨੇ ਰਾਖਸ਼ਾਂ ਦਾ ਨਾਸ਼ ਕੀਤਾ। ਗੁਰ ਸ਼੍ਰੀ ਨਾਨਕ ਜੋਤ ਮਿਲਏ। ਤੇ ਫਿਰ ਜਦੋਂ ਗੁਰਿਆਈ ਤੇ ਬਿਰਾਜਮਾਨ ਹੋਏ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਵਿੱਚ ਮਿਲ ਗਈ, ਉਦੋਂ ਫਿਰ ਅੱਗੇ ਗੁਰੂ ਸ਼ਬਦ ਵੀ ਨਾਲ ਲੱਗ ਗਿਆ। ਜਾਣਤੇ ਗੁਰ ਗੋਬਿੰਦ ਸਿੰਘ ਭਏ। ਜਿਸ ਕਰਕੇ ਕਵੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦਾ ਨਾਮ ਹੋਇਆ। ਕਰ ਹੱਥਨ ਪਰ ਕੈ ਵਿੱਚ ਗੋਦ। ਇਸ ਤਰ੍ਹਾਂ ਕਦੀ ਹੱਥਾਂ ਦੇ ਉੱਤੇ ਵਿੱਚ ਲੈ ਕਰਕੇ, ਕਦੀ ਆਪਣੀ ਗੋਦ ਵਿੱਚ ਲੈ ਕੇ। ਬਾਰਹ ਬਾਰ ਕਰਹਿ ਪ੍ਰਮੋਦ। ਬਾਰ-ਬਾਰ ਸ੍ਰੀ ਮਾਤਾ ਗੁਜਰੀ ਜੀ ਪ੍ਰਮੋਦ ਕਰਦੇ ਨੇ, ਖੁਸ਼ ਹੁੰਦੇ, ਆਨੰਦ ਮਾਣਦੇ ਹਨ। ਮੁਖ ਅਰਬਿੰਦ ਹਸਾਵਨ ਕਰੈ। ਤੇ ਮਹਾਰਾਜ ਸਾਹਿਬ ਵੀ ਆਪਣੇ ਕਮਲ ਵਰਗੇ ਮੁਖ ਦੇ ਉੱਤੋਂ ਹੱਸਦੇ ਨੇ। ਮਾਂ ਆਵਾਜ਼ਾਂ ਮਾਰ ਮਾਰ ਕੇ ਤੇ ਲਾਲ ਨੂੰ ਹਸਾਉਂਦੀ ਹੈ। ਜਦੋਂ ਹੱਸਦੇ ਨੇ ਅੱਗੋਂ ਤਾਂ ਫਿਰ ਬੜਾ ਹੀ ਆਨੰਦ ਹੁੰਦਾ, ਬਹੁਤ ਹੀ ਖੁਸ਼ੀ ਹੁੰਦੀ ਵੀ ਮੇਰਾ ਪੁੱਤ ਖੁਸ਼ ਹੋਇਆ। ਲਾਲਤ ਬਹੁ ਵਿਦ ਤੇ ਮੁਦ ਧਰੈ। ਬਹੁਤ ਤਰ੍ਹਾਂ ਦੇ ਲਾੜ ਲੜਾਉਂਦੀਆਂ ਹਨ ਮਾਤਾਵਾਂ ਤੇ ਆਨੰਦ ਖੁਸ਼ੀ ਧਾਰਦੀਆਂ ਹਨ। ਸਾਸ ਨੁਖਾ ਜਿਉ ਜੀਵਨ ਮਨ ਹੋਇ। ਕਹਿੰਦੇ ਵੀ ਜਿਹੜੀ ਨੌ ਸੱਸ ਹੈ ਉਹਨਾਂ ਦਾ ਤਾਂ ਜਿਵੇਂ ਜੀਵਨ, ਉਹਨਾਂ ਦੀ ਤਾਂ ਜ਼ਿੰਦਗੀ ਹੀ ਹੋਵੇ ਸਾਹਿਬਜ਼ਾਦਾ। ਦੇਖਤ ਪਾਲਤ ਆਨੰਦ ਮਨ ਹੋਇ। ਵੇਖਦੀਆਂ ਹਨ, ਪਾਲਦੀਆਂ ਨੇ ਤੇ ਰੱਖਿਆ ਕਰਦੀਆਂ, ਮਨ ਵਿੱਚ ਬਹੁਤਾ ਆਨੰਦ ਹੁੰਦਾ ਏ। ਦੋਨੋਂ ਰਸਿਆ ਕਰਤ ਬਡੇਰੇ। ਦੋਵੇਂ ਹੀ ਮਾਤਾ ਭਾਵ ਕੇ ਸੱਸ ਤੋਂ ਭਾਵ ਸ੍ਰੀ ਨਾਨਕੀ ਜੀ ਦੀ, ਨੌ ਤੋਂ ਭਾਵ ਸ੍ਰੀ ਗੁਜਰੀ, ਦੋਵੇਂ ਨੌ ਸੱਸ, ਵੱਡੇ ਮਾਤਾ ਛੋਟੇ ਮਾਤਾ, ਦੋਵੇਂ ਹੀ ਪ੍ਰਤਪਾਲਣਾ ਤੇ ਰੱਖਿਆ ਕਰਦੀਆਂ ਹਰ ਤਰ੍ਹਾਂ ਕਰਕੇ ਬਾਲਕ ਦੀ। ਨਾਇਨ ਪਲਕ ਨਿਆਈ ਬਹੁ ਬੇਰੇ। ਆ ਜਿਸ ਤਰ੍ਹਾਂ ਨੇਤਰਾਂ ਦੀਆਂ ਪਲਕਾਂ ਨੇਤਰਾਂ ਦੀ ਰੱਖਿਆ ਕਰਦੀਆਂ ਨੇ ਨਾ, ਅੱਖਾਂ ਵੱਲ ਕੋਈ ਵੀ ਚੀਜ਼ ਆਵੇ ਪਲਕਾਂ ਝਾਟੀ ਮਿਚ ਜਾਂਦੀਆਂ ਨਾ, ਇਸੇ ਤਰ੍ਹਾਂ ਅੱਖਾਂ ਦੀਆਂ ਪਲਕਾਂ ਦੀ ਨਿਆਈ, ਜਿਵੇਂ ਅੱਖਾਂ ਦੀਆਂ ਦੋਵੇਂ ਪਲਕਾਂ ਹੁੰਦੀਆਂ, ਨੌ ਸੱਸ ਆਪਣੇ ਪੋਤਰੇ ਦੇ ਪੁੱਤਰ ਦੀ ਰੱਖਿਆ ਕਰ ਰਹੀਆਂ, ਸੰਭਾਲ ਕਰਦੀਆਂ ਨੇ। ਬਹੁਤ ਵਾਰ ਦਿਨ ਪ੍ਰਤ ਸੁੰਦਰ ਵਧੈ ਸਰੀਰ। ਇਹ ਜਿਉਂ-ਜਿਉਂ ਦਿਨ ਬਤੀਤ ਹੁੰਦੇ ਆ, ਸੋਹਣਾ ਸਰੀਰ ਜਿਹੜਾ ਹੈ ਉਹ ਮਹਾਰਾਜ ਸਾਹਿਬ ਦਾ ਵੱਧਦਾ ਜਾਂਦਾ ਏ। ਦਾਦੀ ਬਿਰਧਾ ਰਹਿ ਨਿਤ ਧੀਰ। ਤੇ ਬਿਰਧ ਦਾਦੀ ਮਾਂ ਸ੍ਰੀ ਨਾਨਕੀ ਜੀ ਹਰ ਸਮੇਂ ਹੀ ਆਪਣੇ ਪੋਤਰੇ ਦੇ ਕੋਲ ਹੀ ਰਹਿੰਦੇ ਆ, ਲਾਂਭੇ ਨਹੀਂ ਜਾਂਦੇ ਵੀ ਰੱਖਿਆ ਕਰਨ ਹਿਤ। ਕਵ ਸੰਤੋਖ ਸਿੰਘ ਬਲਹਾਰੀ। ਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਹਾਰ ਜਾਣਾ ਹਾਂ ਐਸੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਤੋਂ। ਜਿਸ ਗੁਰ ਅਪਦਾ ਹਰੀ ਹਮਾਰੀ। ਜਿਸ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਡੀ ਅਪਦਾ ਹੀ ਹਾਰ ਦਿੱਤੀ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਗਟ ਹੋ ਕੇ ਸਾਡੇ ਦੁੱਖ ਕੱਟਦੇ, ਸਾਡੀ ਗਰੀਬੀ ਕੱਟਦੀ, ਸਾਨੂੰ ਰਾਜ ਬਖਸ਼ਦੇ, ਸਰਦਾਰੀਆਂ ਬਖਸ਼ਦੀਆਂ,
ਪਾਤਸ਼ਾਹੀਆਂ ਬਖਸ਼ਤੀਆਂ, ਜਿਨ੍ਹਾਂ ਦਾ ਪਰਛਾਵਾਂ ਬ੍ਰਾਹਮਣ ਲੈਣਾ ਪਸੰਦ ਨਹੀਂ ਸੀ ਕਰਦੇ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਸਰੂਪ ਹੀ ਬਣਾ ਦਿੱਤਾ। ਪਰਮੇਸ਼ਰ ਦੇ ਖਾਲਸੇ ਸਜਾ ਕਰਕੇ ਤੇ ਵਿਪਦਾ ਹੀ ਹਰਤੀ, ਦੁੱਖ ਹੀ ਦੂਰ ਕਰ ਦਿੱਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਐਸੇ ਮਹਾਰਾਜ ਸਾਹਿਬ ਜੀ ਦੇ ਸਰੂਪ ਤੋਂ ਮੈਂ ਬਲਹਾਰ ਕੁਰਬਾਨ ਜਾਨਾ ਹਾਂ। ਕਲਗੀਧਰ ਸਾਹਿਬ ਦੀ ਮਹਿਮਾ ਹੀ ਲਿਖਦੇ ਹਾਂ। ਕਵੀ ਜੀ ਨੇ ਕਹਿ ਦਿੱਤਾ ਸੀ ਵੀ ਅਬ ਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਕਹਿੰਦੇ ਹੁਣ ਹੋਰ ਲੋਕਾਂ ਵੱਲ ਤੱਕਣਾ ਜਿਹੜਾ ਹੈ ਨਾ, ਇਹ ਮਨ ਚੋਂ ਖਤਮ ਹੋ ਗਿਆ, ਕਿਉਂਕਿ ਮਨ ਵਿੱਚ ਮੇਰੇ 10ਵੇਂ ਪਾਤਸ਼ਾਹ ਨੇ ਨਿਵਾਸ ਕਰ ਲਿਆ ਹੈ। ਐਸੇ ਗਰੀਬ ਨਿਵਾਸ ਸਤਿਗੁਰਾਂ ਦੇ ਆਗਮਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਮਤਾਵਾਂ ਰੱਖਿਆ ਕਰਦੀਆਂ, ਲਾੜ ਲੜਾਉਂਦੀਆਂ ਨੇ। ਜਿਵੇਂ ਕੁੜਹਾਮ ਦੇ ਰਹਿਣ ਵਾਲਾ ਭੀਖਣ ਸ਼ਾਹ ਫਕੀਰ ਮਹਾਰਾਜ ਦੇ ਦਰਸ਼ਨਾਂ ਲਈ ਆਉਂਦਾ, ਜਿਹਨੇ ਲਹਿੰਦੇ ਵਾਲਾ ਪਾਸਾ ਛੱਡ ਕੇ ਜਿੱਦਣ ਮਹਾਰਾਜ ਪ੍ਰਗਟ ਹੋਏ ਸਨ, ਉਦਣ ਪੂਰਬ ਚੜ੍ਹਦੇ ਵਾਲੇ ਪਾਸੇ ਨੂੰ ਨਵਾਜ਼ ਪੜ੍ਹੀ ਸੀ, ਸਿਜਦਾ ਕੀਤਾ ਸੀ। ਇਹਦੇ ਚੇਲਿਆਂ ਨੇ ਉਹ ਤਰਕ ਜਿਹਾ ਕੀਤਾ ਵੀ ਤੁਸੀਂ ਹੀ ਕੁਰੀਤੀ ਕਰ ਦਿੱਤੀ, ਅੱਜ ਤਾਂ ਪੱਛਮ ਵੱਲ ਨੂੰ ਨਵਾਜ਼ ਪੜ੍ਹੀ ਦੀ ਆ। ਤਾਂ ਇਹਨੇ ਸਾਰੀ ਗੱਲ ਜਿਵੇਂ ਸਮਝਾਈ, ਜਿਵੇਂ ਬਾਲ ਸਰੂਪ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ। ਇਹ ਸਾਖੀ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਮਹਾਰਾਜ ਸਾਹਿਬ ਦੇ ਪਵਿੱਤਰ ਇਤਿਹਾਸ ਨੂੰ ਕਹਿੰਦੇ ਆਂ, ਵਿਚਾਰਦੇ ਆਂ, ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸੰਗਤ ਦੇ ਗੁਰੂ ਸਾਹਿਬ ਸਦਾ ਹੀ ਬਖਸ਼ਿੰਦ ਬਖਸ਼ਣਹਾਰ ਹੈ, ਬਖਸ਼ ਲੈਣਾ। ਕਵ ਸੰਤੋਖ ਸਿੰਘ ਬਲਹਾਰੀ, ਜਿਸ ਗੁਰ ਅਪਦਾ ਹਰੀ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧ ਕੋਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਨਿਤਾ ਪ੍ਰਤ ਹੋਤ ਹੈ, ਸੁਨ ਹੈ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।